ਸਾਹਿਬ ਜੀਓ। ਕਾਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਣੰਤ ਨ ਆਵੈ। ਰਾਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਾਵ ਜਨ ਭਲ ਉਨਹਿ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੈ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਨਾਲ ਗੁਰ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਰਬੱਤ ਗੁਰਮੁਖ ਮਾਈ ਭਾਈ, ਸਤ ਸੰਗੀ ਨੇਮੀ ਪ੍ਰੇਮੀ ਸੱਜਣ, ਦੂਰੋਂ ਨੇੜਿਓਂ ਚੱਲ ਕਰਕੇ ਧੰਨ ਪਿਤਾ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਇਕੱਤਰ ਹੋ ਬੈਠੇ ਹੋ। ਸ਼ਾਮ ਰਾਤਰੀ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਮੁੱਚੀਆਂ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਵਿਦਿਤ ਹੈ ਕਿ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ, ਜਿੱਥੇ ਤਮਾਮ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਜ ਬੈਠੀਆਂ ਹਨ, ਉਹ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਸ਼ਰਧਾ ਭਾਵਨਾ ਨਾਲ ਭਿੱਜ ਕਰਕੇ ਮਨਾ ਰਹੀਆਂ ਹਨ। ਇਸੇ ਪ੍ਰਕਾਰ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਪੁਰ ਆਪ ਗੁਰੂ ਜੈਸੀਆਂ ਸੰਗਤਾਂ ਦੇ ਸਹਿਯੋਗ ਦੇ ਸਦਕਾ ਸਤਿਕਾਰਯੋਗ ਵੀਰ ਭਾਈ ਗੁਰਪ੍ਰੀਤ ਸਿੰਘ ਜੀ ਜੋ ਇੱਥੋਂ ਦੇ ਮੈਨੇਜਰ ਹਨ, ਉਹਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਸਦਕਾ ਇਹ ਮਹਾਨ ਗੁਰਪੁਰਬ ਮਨਾਏ ਜਾ ਰਹੇ ਹਨ। ਦਾਸ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰ ਬਲਵੀਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦੇ ਜਥੇ ਦੀ ਪਾਵਨ ਪਵਿੱਤਰ ਰਸਨਾ ਤੋਂ ਗੁਰਬਾਣੀ ਜੀ ਦਾ ਰਸ ਭਿੰਨਾ ਸ਼ਬਦ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ
ਜਦੋਂ ਜੀਵਨ ਦੇ ਵੱਲ ਨਜ਼ਰ ਮਾਰ ਕੇ ਵੇਖੀਏ ਤਾਂ ਸਮੁੱਚਾ ਹੀ ਜੀਵਨ ਸਤਿਗੁਰੂ ਪਾਤਸ਼ਾਹ ਜੀ ਦਾ ਸੇਵਾ ਸਿਮਰਨ ਭਾਵ ਭਗਤੀ ਪਰਮਾਤਮਾ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਨਿਮਰਤਾ ਦੇ ਨਾਲ ਹੀ ਨੱਕੋ ਨੱਕ ਭਰਿਆ ਪਿਆ ਹੈ। ਆਪ ਜੀ ਦਾ ਪ੍ਰਕਾਸ਼ 1526 ਬਿਕਰਮੀ ਵਿਸਾਖ ਸੁਦੀ 14 ਵਾਲੇ ਦਿਨ ਨਗਰ ਬਾਸਰ ਕੇ ਵਿਖੇ ਬਾਬਾ ਤੇਜਭਾਨ ਜੀ ਦੇ ਗ੍ਰਹਿ ਵਿਖੇ ਮਾਤਾ ਲక్ష్ਮੀ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਅੰਮ੍ਰਿਤ ਵੇਲੇ ਪ੍ਰਗਟ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਾਲਕ ਪੁਣਾ ਬਾਸਰ ਕੇ ਨਗਰ ਦੇ ਵਿੱਚ ਗੁਜ਼ਰਦਾ। ਬਾਲਕ ਅਵਸਥਾ ਦੇ ਅੰਦਰ ਸਤਿਗੁਰਾਂ ਦੇ ਚੋਜ ਦੁਨੀਆ ਦੇ ਬਾਲਕਾਂ ਨਾਲੋਂ ਬੱਚਿਆਂ ਦੇ ਨਾਲੋਂ ਨਿਰਾਲੇ ਸਨ। ਜਿਵੇਂ ਬਾਲਕਾਂ ਦੀ ਅਵਸਥਾ ਹੋਇਆ ਕਰਦੀ, ਕੁਝ ਖਾਣਾ ਪੀਣਾ, ਖੇਡਣਾ, ਭੱਜਣਾ, ਦੌੜਨਾ, ਸ਼ਰਾਰਤਾਂ ਕਰਨੀਆਂ, ਇਹ ਚੀਜ਼ਾਂ ਬੱਚਿਆਂ ਦੇ ਵਿੱਚੋਂ ਵੇਖੀਆਂ ਜਾਂਦੀਆਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਲਕ ਅਵਸਥਾ ਦੇ ਵਿੱਚੋਂ ਸਹਿਜ ਅਵਸਥਾ ਡੁੱਲ ਡੁੱਲ ਕੇ ਪੈਂਦੀ ਸੀ। ਚੌਂਕੜੇ ਮਾਰ ਕਰਕੇ ਬੈਠ ਜਾਣਾ, ਬੱਚਿਆਂ ਨੂੰ ਆਲੇ ਦੁਆਲੇ ਇਕੱਤਰ ਕਰਕੇ ਬਿਠਾ ਲੈਣਾ, ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੀਆਂ ਜੁਗਤੀਆਂ ਦੱਸਣੀਆਂ। ਇਹ ਮਨੁੱਖਾ ਸਰੀਰ ਕਿਸ ਵਾਸਤੇ ਪਰਮਾਤਮਾ ਨੇ ਦਿੱਤਾ ਹੈ, ਇਹ ਬਾਲਕਾਂ ਨੂੰ ਜਾਣੂ ਕਰਵਾਉਣਾ ਕਿ ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤੁਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਇਹ ਜੀਵਨ ਨੂੰ ਸਿਮਰਨ ਕਰਕੇ ਸਫਲਾ ਕਰੀਏ, ਪਰਮਾਤਮਾ ਦੇ ਵਿੱਚ ਜਾ ਕੇ ਜੀਵ ਦੀ ਲੀਨਤਾ ਹੋਵੇ ਤੇ ਆਵਾਗਮਣੇ ਦਾ ਖਤਮ ਹੋ ਜਾਵੇ। ਇਸੇ ਤਰ੍ਹਾਂ ਜਦੋਂ ਬਾਲਕ ਅਵਸਥਾ ਗੁਜ਼ਰਦੀ ਹੈ, ਤਰਨ ਅਵਸਥਾ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਉਂਦੇ ਨੇ ਤਾਂ ਪੁਰਾਣੇ ਸਮਿਆਂ ਦੇ ਅੰਦਰ ਗੁਰੂ ਪਿਆਰੇ ਕੁਝ ਸਾਧਨ ਕਰਿਆ ਕਰਦੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਉਸ ਵੇਲੇ ਸਾਧਨ ਮੁੱਖ ਮੰਨਿਆ ਜਾਂਦਾ ਸੀ ਤੀਰਥ ਸਥਾਨਾਂ ਦੀ ਯਾਤਰਾ ਕਰਨੀ। ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ, ਯਾਤਰਾ ਕਰਨ ਵਾਸਤੇ ਜਾਂਦੀਆਂ ਨੇ। ਕੋਈ ਪੰਜੇ ਤਖਤਾਂ ਦੀ ਯਾਤਰਾ ਕਰਦਾ ਗੁਰਸਿੱਖ, ਕੋਈ 4 ਸਾਡੇ ਗੁਰਧਾਮਾਂ ਦੀ ਜਾ ਕਰਕੇ ਯਾਤਰਾ ਕਰਦਾ। ਯਾਤਰਾ ਕਰਨ ਦਾ ਮਹਾਤਮ ਕੀ ਹੋਇਆ ਕਰਦਾ, ਜਦੋਂ ਗੁਰੂ ਦੇ ਸਥਾਨਾਂ 'ਤੇ ਜਾ ਕੇ ਦਰਸ਼ਨ ਕਰਾਂਗੇ, ਜਦੋਂ ਪਹਾੜ ਵਿੱਚ ਲੱਗੇ ਹੋਏ ਪੰਜੇ ਗੁਰੂ ਨਾਨਕ ਸਾਹਿਬ ਜੀ ਦੇ ਵੇਖਾਂਗੇ ਤੇ ਗੁਰਸਿੱਖ ਦਾ ਰੋਮ ਰੋਮ ਖੜਾ ਹੋ ਜਾਂਦਾ। ਜਦੋਂ ਤਰਵੇਣੀ ਦੇ ਵਿੱਚੋਂ ਜਲ ਨਿਕਲਦਾ, ਗੁਰੂ ਕੇ ਲਾਹੌਰ ਜਾ ਕੇ ਸਿੱਖ ਦਰਸ਼ਨ ਕਰਦਾ ਤੇ ਰੋਮ ਰੋਮ ਖੜਾ ਹੋ ਜਾਂਦਾ। ਸ਼ਰਧਾ ਬਣ ਆਉਂਦੀ ਗੁਰ ਸਥਾਨਾਂ ਵਾਸਤੇ। ਸ਼ਰਧਾ ਹੋਣੀ ਅਤੀ ਜ਼ਰੂਰੀ ਹੈ। ਸ਼ਰਧਾ ਕਿਉਂ ਬਣਾਉਣੀ ਹੈ? ਸ਼ਰਧਾ ਵਾਨੰ ਲੱਭ ਤੇ ਗਿਆਨੰ, ਸ਼ਰਧਾ ਵਾਲਿਆਂ ਨੂੰ ਗਿਆਨ ਦੀ ਪ੍ਰਾਪਤੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਗਿਆਨ ਭਇਆ ਤਾਂ ਕਰਮ ਹੈ ਨਾਸ। ਜਦੋਂ ਗਿਆਨ ਪ੍ਰਾਪਤ ਹੋ ਜਾਂਦਾ ਤੇ ਕਰਮਾਂ ਦਾ ਖਾਤਮਾ ਹੋ ਜਾਂਦਾ। ਕਰਮ ਕੱਟੇ ਜਾਂਦੇ ਨੇ, ਕਰਮਾਂ ਕਰਕੇ ਜੀਵ ਆਉਂਦਾ ਹੈ। ਕਰਮਾਂ ਦਾ ਬੱਝਿਆ ਮਰ ਕਰਕੇ ਤੁਰ ਜਾਂਦਾ। ਕਰਮਾਂ ਕਰਕੇ ਫਿਰ ਜਨਮ ਹੈ, ਫਿਰ ਮਰਨਾ। ਇਹ ਕਰਮਾਂ ਦੀਆਂ ਖੇਡਾਂ ਨੇ। ਕਦੇ ਅਮੀਰੀ ਆਉਂਦੀ ਹੈ ਕਰਮਾਂ ਕਰਕੇ, ਦੁਨੀਆ ਦਾ ਬਾਦਸ਼ਾਹ ਬਣਾ ਦਿੰਦੇ ਕਰਮ। ਕਦੇ ਉਹੀ ਦੁਨੀਆ ਦੇ ਬਾਦਸ਼ਾਹ ਨੂੰ ਹੱਥ ਵਿੱਚ ਠੂਠਾ ਫੜ ਕਰਕੇ ਦਰ ਦਰ ਦੇ ਉੱਤੇ ਮੰਗਣ ਵਾਸਤੇ ਮਜਬੂਰ ਕਰ ਦਿੰਦੇ। ਇਹ ਸਾਡੇ ਕਰਮ ਨੇ। ਇਹਨਾਂ ਕਰਮਾਂ ਨੂੰ ਕੱਟਣ ਦੇ ਵਾਸਤੇ ਜੀਵ ਈਸ਼ ਦੀ ਏਕਤਾ ਦਾ ਗਿਆਨ ਜ਼ਰੂਰੀ ਹੈ। ਜਦੋਂ ਪਰਮਾਤਮਾ ਵਾਹਿਗੁਰੂ ਦੇ ਸਰੂਪ ਦਾ ਗਿਆਨ ਹੋ ਜਾਂਦਾ ਤੇ ਤਮਾਮ ਜਿਹੜੇ ਕਰਮ ਨੇ ਆਟੋਮੈਟਿਕ ਹੀ ਖਤਮ ਹੋ ਜਾਂਦੇ। ਫਿਰ ਪਰਮਾਤਮਾ ਵਾਹਿਗੁਰੂ ਦਾ ਪਿਆਰਾ ਪਰਮੇਸ਼ਰ ਵਾਹਿਗੁਰੂ ਦਾ ਰੂਪ ਹੋ ਕੇ ਉਹਦੇ ਵਿੱਚ ਲੀਨ ਹੋ ਜਾਂਦਾ। ਇਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨ ਦੇ ਵਾਸਤੇ ਜਿਹੜਾ ਗਿਆਨ ਜ਼ਰੂਰੀ ਹੈ, ਕਰਮ ਕੱਟੇ ਜਾਂਦੇ।
ਉਸ ਗਿਆਨ ਦੀ ਪ੍ਰਾਪਤੀ ਦੇ ਵਾਸਤੇ ਸ਼ਰਧਾ ਹੋਣੀ ਅਤੀ ਜ਼ਰੂਰੀ ਹੈ। ਸ਼ਰਧਾ ਪੈਦਾ ਕਰਨ ਵਾਸਤੇ ਤੀਰਥਾਂ ਦੀ ਯਾਤਰਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਜੱਥਾ ਬਣਾਉਂਦੇ ਨੇ, ਕਾਫਲਾ ਲੈ ਕੇ ਸੰਗਤਾਂ ਨੂੰ ਤੀਰਥਾਂ ਦੀ ਯਾਤਰਾ ਦੇ ਉੱਤੇ ਲੈ ਕੇ ਤੁਰਦੇ ਨੇ। ਕਦੇ ਕਿਸੇ ਸਥਾਨ ਦੇ ਉੱਤੇ ਜਿੱਥੇ ਕੋਈ ਅਵਤਾਰੀ ਪੀਰ ਪਕੰਬਰ ਔਲੀਆਂ ਨੇ ਬੈਠ ਕਰਕੇ ਪਰਮਾਤਮਾ ਦੀ ਆਰਾਧਨਾ ਕੀਤੀ, ਜਿਨ੍ਹਾਂ ਦੇ ਸਦਕਾ ਤੀਰਥ ਪ੍ਰਗਟ ਹੋਏ, ਉੱਥੇ ਜਾ ਕਰਕੇ ਮਹਾਤਮ ਦੱਸਦੇ ਨੇ, ਦੇਖੋ ਭਾਈ ਇਹ ਸਾਰੀ ਵਡਿਆਈ ਪਰਮਾਤਮਾ ਦੇ ਨਾਮ ਦੀ ਹੈ। ਜਿੱਥੇ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ, ਜਪਣ ਵਾਲਾ ਪਿਆਰਾ ਬੈਠ ਜਾਂਦਾ, ਉੱਥੇ ਸਾਰੇ ਤੀਰਥ ਆ ਕਰਕੇ ਨਿਵਾਸ ਕਰਦੇ ਨੇ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਜਿੱਥੇ ਸਿਮਰਨ ਕਰਨ ਵਾਲਾ ਬੈਠ ਗਿਆ, ਉਹਨੇ ਦੁਨੀਆ ਵਿੱਚ ਤੀਰਥ ਪ੍ਰਗਟ ਕਰ ਦਿੱਤੇ ਨੇ। ਇਸ ਤਰ੍ਹਾਂ ਤੀਰਥਾਂ ਦੀ ਯਾਤਰਾ ਰੋਜ਼ਾਨਾ ਸਤਿਗੁਰੂ ਪਾਤਸ਼ਾਹ ਹਰ ਸਾਲ ਜੱਥਾ ਲੈ ਕਰਕੇ ਜਾਂਦੇ ਨੇ। ਅਤੇ ਜਦੋਂ ਇੱਕ ਵਾਰੀ ਵਾਪਸ ਆਉਂਦਿਆਂ ਹੋਇਆਂ ਰਸਤੇ ਦੇ ਵਿੱਚ ਇੱਕ ਬ੍ਰਹਮਚਾਰੀ ਸਾਧੂ ਦਾ ਮਿਲਾਪ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਹੁੰਦਾ ਹੈ। ਜਦੋਂ ਉਸ ਬ੍ਰਹਮਚਾਰੀ ਸਾਧੂ ਨੇ ਵੇਖਿਆ ਵੀ ਕਾਫਲਾ ਲੈ ਕੇ ਬਾਬਾ ਅਮਰਦਾਸ ਜੀ ਯਾਤਰਾ ਕਰਵਾ ਰਹੇ ਨੇ ਸੰਗਤਾਂ ਦੀ, ਇਹਨਾਂ ਦੀ ਰੱਜ ਰੱਜ ਕੇ ਸੇਵਾ ਕਰਨੀ ਚਾਹੀਦੀ, ਤੀਰਥ ਯਾਤਰਾ ਦਾ ਜਿਹੜਾ ਫਲ ਹੈ ਮੇਰੀ ਵੀ ਝੋਲੀ ਵਿੱਚ ਪੈ ਜਾਵੇਗਾ। ਆਪਣੇ ਘਰ ਦੇ ਵਿੱਚ ਬਾਬਾ ਅਮਰਦਾਸ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਨੂੰ ਲੈ ਕੇ ਗਿਆ। ਸਤਿਗੁਰਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਦਾ ਰਿਹਾ, ਸਾਰੀ ਰਾਤ ਭੋਜਨ ਪ੍ਰਸ਼ਾਦਾ ਪਾਣੀ ਛਕਾਇਆ। ਜਦੋਂ ਤਾਰਿਆਂ ਦੀ ਛਾਵੇਂ ਸਤਿਗੁਰੂ ਪਾਤਸ਼ਾਹ ਦੇ ਕੋਲ ਬਿਰਾਜਮਾਨ ਹੋਇਆ ਤੇ ਪੁੱਛਣ ਲੱਗਿਆ, ਬਾਬਾ ਅਮਰਦਾਸ ਜੀ ਆਪ ਜੀ ਨੇ ਗੁਰੂ ਕਿਸ ਨੂੰ ਧਾਰਨ ਕੀਤਾ ਹੈ? ਗੁਰ ਦੀਖਿਆ ਕਿਹਦੇ ਕੋਲੋਂ ਲਈ ਹੈ? ਗੁਰ ਮੰਤਰ ਕਿੱਥੋਂ ਪ੍ਰਾਪਤ ਕੀਤਾ ਹੈ? ਤੁਹਾਡਾ ਗੁਰੂ ਕੌਣ ਹੈ? ਇੰਨੇ ਬਚਨ ਕਹਿਣ ਦੀ ਦੇਰ ਸੀ, ਬਾਬਾ ਅਮਰਦਾਸ ਜੀ ਨੇ ਕਿਹਾ, ਪੁਰਖਾ ਗੁਰੂ ਤੇ ਹਾਲੇ ਕਿਸੇ ਨੂੰ ਧਾਰਨ ਹੀ ਨਹੀਂ ਕੀਤਾ। ਤੀਰਥਾਂ ਦੀ ਯਾਤਰਾ 'ਤੇ ਜਾਂਦੇ ਹਾਂ ਜੱਥਾ ਲੈ ਕਰਕੇ, ਉੱਥੋਂ ਦਾ ਮਹਾਤਮ ਪਤਾ ਚੱਲਦਾ, ਸ਼ਰਧਾ ਬੇਅੰਤ ਬਣ ਚੁੱਕੀ ਹੈ ਮਨ ਵਿੱਚ। ਪਰਮਾਤਮਾ ਵਾਹਿਗੁਰੂ ਦੇ ਗਿਆਨ ਦੀ ਪ੍ਰਾਪਤੀ ਦੀ ਇੱਛਾ ਹੈ, ਤੇ ਪਰੰਤੂ ਹਾਲੇ ਤੱਕ ਕਿਸੇ ਨੂੰ ਗੁਰੂ ਨਹੀਂ ਧਾਰਿਆ ਹੈ। ਸਤਿਗੁਰੂ ਪਾਤਸ਼ਾਹ ਦੇ ਅਸੀਂ ਬਚਨ ਪੜ੍ਹਦੇ ਹਾਂ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਉਸ ਵੇਲੇ ਜਦੋਂ ਇਹ ਬ੍ਰਹਮਚਾਰੀ ਸਾਧੂ ਨੇ ਸਤਿਗੁਰੂ ਪਾਤਸ਼ਾਹ ਦੀ ਰਸਨਾ ਤੋਂ, ਬਾਬਾ ਅਮਰਦਾਸ ਜੀ ਦੀ ਪਾਵਨ ਰਸਨਾ ਤੋਂ ਸੁਣਿਆ ਕਿ ਹਾਲੇ ਗੁਰੂ ਨਹੀਂ ਕਿਸੇ ਨੂੰ ਧਾਰਨ ਕੀਤਾ, ਉਹਨੇ ਮੱਥੇ ਵਿੱਚ ਹੱਥ ਮਾਰਿਆ, ਕਹਿੰਦਾ ਮੈਂ ਤੁਹਾਡੀ ਸੇਵਾ ਕਰਦਾ ਰਿਹਾ, ਗੁਰੂ ਵਾਲਾ ਸਮਝ ਕਰਕੇ ਤੁਸੀਂ ਤੇ ਹਾਲੇ ਗੁਰੂ ਨਹੀਂ ਧਾਰਨ ਕੀਤਾ, ਇਸ ਲਈ ਨਗੁਰੇ ਹੋ। ਪੁਰਾਣੇ ਯੁੱਗਾਂ ਦੇ ਅੰਦਰ ਜਦੋਂ ਕਥਾਵਾਂ ਪੜ੍ਹ ਕੇ ਵੇਖੀਏ, ਜਿਹੜੀ ਜਗ੍ਹਾ 'ਤੇ ਨਗੁਰਾ ਬੰਦਾ ਬੈਠ ਜਾਂਦਾ ਸੀ, ਉੱਥੋਂ 1.25 ਗਜ ਧਰਤੀ ਮਿੱਟੀ ਪੁੱਟ ਕੇ ਨਵੀਂ ਪਾਈ ਜਾਂਦੀ ਸੀ ਕਿ ਧਰਤੀ ਭ੍ਰਿਸ਼ਟ ਹੋ ਗਈ ਹੈ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਇਹ ਜਦੋਂ ਬਚਨ ਉਸ ਨੇ ਕਹੇ ਸਤਿਗੁਰੂ ਪਾਤਸ਼ਾਹ ਦੇ ਪ੍ਰਥਾਏ, ਤੇ ਬਾਬਾ ਅਮਰਦਾਸ ਜੀ ਦਾ ਹਿਰਦਾ ਕੰਬ ਉੱਠਿਆ। ਮਨਾ ਬੜੇ ਨੇਕ ਕਰਮ ਕੀਤੇ ਜ਼ਿੰਦਗੀ ਦੇ ਅੰਦਰ, ਬੜੀਆਂ ਤੀਰਥਾਂ ਦੀਆਂ ਯਾਤਰਾ ਕੀਤੀਆਂ, ਇਹਨਾਂ ਸੰਗਤਾਂ ਨੂੰ ਯਾਤਰਾ ਕਰਵਾਈਆਂ ਨੇ, ਬੜਾ ਲਾਭ ਪ੍ਰਾਪਤ ਕੀਤਾ। ਬੜੀ ਸ਼ਰਧਾ ਤੇਰੇ ਮਨ ਅੰਦਰ ਤੀਰਥਾਂ ਪ੍ਰਤੀ ਬਣ ਚੁੱਕੀ ਹੈ, ਪਰੰਤੂ ਹਾਲੇ ਮਨਾਂ ਤੋਂ ਕੋਈ ਗੁਰੂ ਨਹੀਂ ਧਾਰਨ ਕੀਤਾ। ਗੁਰੂ ਤੋਂ ਬਿਨਾਂ ਕਦੇ ਗਤੀ ਨਹੀਂ ਹੋਵੇਗੀ, ਕਲਿਆਣ ਨਹੀਂ ਹੋਵੇਗੀ। ਸਾਰੀ ਰਾਤ ਬਾਬਾ ਅਮਰਦਾਸ ਸਾਹਿਬ ਜੀ ਨੂੰ ਨੀਂਦ ਨਹੀਂ ਪਈ ਹੈ। ਸੋਚਦਿਆਂ ਹੋਇਆਂ ਦਿਨ ਚੜ੍ਹਿਆ ਹੈ, ਅੰਮ੍ਰਿਤ ਵੇਲਾ ਗੁਜ਼ਰਿਆ। ਦਿਨ ਚੜ੍ਹਨ ਦੇ ਨਾਲ ਇਸ ਸਾਧੂ ਦੇ ਘਰ ਵਿੱਚੋਂ ਸਤਿਗੁਰੂ ਪਾਤਸ਼ਾਹ ਨੇ ਚਾਲੇ ਮਾਰ ਦਿੱਤੇ।
ਘਰ ਵਿੱਚ ਆਏ ਨੇ, ਨਾ ਦਿਨੇ ਚੈਨ ਹੈ ਨਾ ਰਾਤ ਨੂੰ ਸ਼ਾਂਤੀ ਆਉਂਦੀ ਹੈ। ਤੇ ਕਦੇ ਅੱਖ ਲੱਗ ਜਾਂਦੀ, ਸੁਪਨੇ ਵਿੱਚ ਬੜਾ ਕੇ ਉੱਠਦੇ ਨੇ ਕਿ ਗੁਰੂ ਕਿਸ ਨੂੰ ਧਾਰਨ ਕਰਾਂ ਤੇ ਪੂਰਾ ਗੁਰੂ ਮੈਨੂੰ ਕਿਵੇਂ ਮਿਲਣਾ ਕਰੇ। ਸਤਿਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਪੁੱਤਰੀ ਬੀਬੀ ਅਮਰੋ ਜੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਭਤੀਜਾ ਜੀ ਦੇ ਨਾਲ ਵਿਆਹੀ ਹੋਈ ਸੀ। ਇਸ ਬੀਬੀ ਅਮਰੋ ਜੀ ਨੇ ਪਿਤਾ ਜੀ ਦੀ ਸੰਗਤ ਕਰਕੇ ਬੇਅੰਤ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਾਣੀ ਕੰਠ ਕੀਤੀ ਸੀ। ਜਦੋਂ ਅੰਮ੍ਰਿਤ ਵੇਲੇ ਅੱਜ ਮਧਾਣੀ ਨੂੰ ਪਾ ਕਰਕੇ ਚਾਟੀ ਦੇ ਵਿੱਚ ਰਿੜਕਣ ਲੱਗੇ ਨੇ ਤੇ ਨਾਲ ਪਿਤਾ ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਰੰਭ ਕਰ ਦਿੱਤੀ। ਜਦੋਂ ਮਿਠਾਸ ਭਰੀ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਪਈ ਹੈ, ਮਨ ਨੂੰ ਬੜੀ ਸ਼ਾਂਤੀ ਮਹਿਸੂਸ ਹੋਈ। ਲੱਗਦਾ ਹੈ ਕਿ ਮਨ ਬਿਲਕੁਲ ਸ਼ਾਂਤ ਹੋ ਚੁੱਕਿਆ, ਮਨ ਟਿਕ ਗਿਆ ਹੈ। ਜਿੰਨਾ ਚਿਰ ਬੀਬੀ ਅਮਰੋ ਜੀ ਬਾਣੀ ਉਚਾਰਨ ਕਰਦੇ ਰਹੇ, ਸ਼ਬਦ ਗਾਉਂਦੇ ਰਹੇ, ਬਾਬਾ ਅਮਰਦਾਸ ਜੀ ਇੱਕ ਥੰਮਲੇ ਦੇ ਓਹਲੇ ਹੋ ਕਰਕੇ ਸਮੁੱਚੇ ਸ਼ਬਦ ਨੂੰ ਬੜੀ ਇਕਾਗਰਤਾ ਨਾਲ ਸੁਣਦੇ ਰਹੇ। ਮਨ ਟਿਕਿਆ ਹੈ, ਮਨ ਨੂੰ ਖਿੱਚ ਪੈਂਦੀ ਹੈ, ਬੜੀ ਨਿਮਰਤਾ ਬਾਣੀ ਵਿੱਚੋਂ ਡੁੱਲ ਡੁੱਲ ਕੇ ਪੈ ਰਹੀ। ਜਦੋਂ ਬਾਣੀ ਦੀ ਸਮਾਪਤੀ ਬੀਬੀ ਅਮਰੋ ਜੀ ਨੇ ਕੀਤੀ ਤਾਂ ਬਾਬਾ ਅਮਰਦਾਸ ਜੀ ਪੁੱਛਦੇ ਨੇ, ਪੁੱਤਰੀ ਬੱਚੀ ਇਹ ਬਾਣੀ ਕਿਸ ਦੀ ਹੈ ਜਿਹੜੀ ਤੂੰ ਗਾਇਨ ਕਰਦੀ ਹੈ? ਇਸ ਬਾਣੀ ਨੇ ਅੰਦਰ ਠਾਰ ਦਿੱਤਾ ਹੈ, ਮਨ ਨੂੰ ਸ਼ਾਂਤੀ ਦੇ ਦਿੱਤੀ। ਤਾਂ ਬੀਬੀ ਅਮਰੋ ਜੀ ਨੇ ਕਿਹਾ, ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ। ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਗੁਰੂ ਨਾਨਕ ਸਾਹਿਬ ਜੀ ਹਨ। ਉਹਨਾਂ ਦੀ ਗੁਰਤਾ ਗੱਦੀ ਦੇ ਉੱਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਤੇ ਬੈਠ ਕਰਕੇ ਬੈਠ ਖਡੂਰੈ ਜੋਤ ਜਗਾਈ, ਉਹੀ ਜੋਤ ਨੂੰ ਜਗਾ ਰਹੇ ਨੇ। ਅੱਜ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ। ਇੰਨੇ ਕਹਿਣ ਦੀ ਦੇਰ ਸੀ, ਬਾਬਾ ਅਮਰਦਾਸ ਜੀ ਦੇ ਨੇਤਰਾਂ 'ਚੋਂ ਬਰਾਗ ਦੇ ਆਂਸੂ ਡਿੱਗੇ ਨੇ। ਕਹਿਣ ਲੱਗੇ, ਪੁੱਤਰੀ ਮੇਰੇ ਘਰ ਦੇ ਅੰਦਰ ਤੁਸੀਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਪੁੱਤਰੀ ਹੋ, ਬਾਣੀ ਰੋਜ਼ਾਨਾ ਪੜ੍ਹਦੇ, ਅੱਜ ਬਾਣੀ ਨੂੰ ਧਿਆਨ ਦੇ ਨਾਲ ਸੁਣਿਆ। ਇਸ ਬਾਣੀ ਨੇ ਮੇਰਾ ਹਿਰਦਾ ਠਾਰ ਦਿੱਤਾ, ਸੀਨੇ ਵਿੱਚ ਸੇਕ ਕਰ ਦਿੱਤੇ ਨੇ। ਹੁਣ ਕਿਰਪਾ ਕਰ ਪੁੱਤਰੀ, ਮੈਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਕਰਵਾ। ਬੀਬੀ ਅਮਰੋ ਜੀ ਨੇ ਉਸ ਵੇਲੇ ਬਹੁਤ ਵੱਡਾ ਪਰਉਪਕਾਰ ਕੀਤਾ। ਸਹੁਰੇ ਦੀ ਥਾਂ ਤੇ ਲੱਗਦੇ ਨੇ ਬਾਬਾ ਅਮਰਦਾਸ ਸਾਹਿਬ ਜੀ, ਨਾਲ ਸਤਿਗੁਰੂ ਪਾਤਸ਼ਾਹ ਨੂੰ ਲੈ ਕਰਕੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਖਡੂਰ ਦੀ ਧਰਤੀ ਤੇ ਪਹੁੰਚੇ ਨੇ। ਇੱਕ ਵੱਖਰੇ ਕਮਰੇ ਅੰਦਰ ਬਾਬਾ ਅਮਰਦਾਸ ਜੀ ਨੂੰ ਉਤਾਰਾ ਕਰਵਾਇਆ। ਬੀਬੀ ਅਮਰੋ ਜੀ ਨੇ ਜਾ ਕੇ ਪਿਤਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਸਤਿਗੁਰੂ ਪੁੱਛਦੇ ਨੇ, ਪੁੱਤਰੀ ਜਿੰਨੀ ਦੇਰ ਤੁਹਾਨੂੰ ਬਾਪ ਨੇ ਬੁਲਾਇਆ ਨਹੀਂ, ਕਿਸ ਵਾਸਤੇ ਆਏ ਹੋ? ਤੁਹਾਨੂੰ ਕਿਸ ਨੇ ਬੁਲਾਇਆ, ਕਿਵੇਂ ਆਏ ਹੋ? ਤਾਂ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਪਿਤਾ ਜੀ ਬਾਬਾ ਅਮਰਦਾਸ ਸਾਹਿਬ ਜੀ ਨੂੰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਲੈ ਕੇ ਆਈ ਹਾਂ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣ ਕੇ ਤਰਲਾ ਪਾਇਆ ਕਿ ਪਿਤਾ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਵਾਓ। ਫਿਰ ਜਦੋਂ ਬਾਬਾ ਅਮਰਦਾਸ ਸਾਹਿਬ ਜੀ ਨੂੰ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦਾ ਮਿਲਾਪ ਹੋਇਆ, ਅੱਜ ਪਹਿਲੇ ਦਿਨ, ਪਹਿਲਾਂ ਵੀ ਦਰਸ਼ਨ ਕੀਤੇ ਨੇ, ਰਿਸ਼ਤਾ ਕੁੜਮਾਚਾਰੀ ਦਾ ਚਾਹੇ ਬਣਿਆ ਹੈ। ਅੱਜ ਗੁਰੂ ਨਾਨਕ ਸਾਹਿਬ ਦੀ ਬਾਣੀ ਨੇ ਇੰਨਾ ਹਿਰਦਾ ਜਿਹੜਾ ਬਿੰਨ ਕੇ ਰੱਖ ਦਿੱਤਾ ਕਿ ਗੁਰੂ ਨਾਨਕ ਸਾਹਿਬ ਦਾ ਰੂਪ ਦੇਖਿਆ ਹੈ ਗੁਰੂ ਅੰਗਦ ਸਾਹਿਬ ਜੀ ਨੂੰ। ਸਾਹਮਣੇ ਤਖਤ ਦੇ ਉੱਪਰ ਬੈਠਿਆਂ ਜਦੋਂ ਦਰਸ਼ਨ ਕਰਕੇ ਚਰਨਾਂ ਤੇ ਮੱਥਾ ਟੇਕ ਕਰਕੇ ਆਪਣਾ ਮਸਤਕ ਬਾਬਾ ਅਮਰਦਾਸ ਜੀ ਨੇ ਚਰਨਾਂ ਤੋਂ ਚੁੱਕਿਆ, ਗੁਰੂ ਅੰਗਦ ਸਾਹਿਬ ਜੀ ਦੇ ਨੂਰਾਨੀ ਚਿਹਰੇ ਵੱਲ ਤੱਕਿਆ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਮਨ ਖਿੱਚਿਆ ਗਿਆ। ਉੱਥੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੈਂ ਆਪ ਜੀ ਦੇ ਨਾਲ ਸੰਸਾਰੀ ਰਿਸ਼ਤਾ ਰੱਖ ਕਰਕੇ ਨਹੀਂ ਆਇਆ,
ਸੰਸਾਰੀ ਰਿਸ਼ਤੇ ਚਾਹੇ ਕੁੜਮਾਚਾਰੀ ਦੇ ਬਣੇ ਪਰਮਾਤਮਾ ਨੇ ਬਣਾਏ ਨੇ। ਅੱਜ ਮੈਂ ਤੁਹਾਨੂੰ ਪਰਮੇਸ਼ਰ ਰੂਪ ਜਾਣ ਕੇ, ਗੁਰੂ ਨਾਨਕ ਦਾ ਰੂਪ ਜਾਣ ਕਰਕੇ ਆਪ ਦੇ ਚਰਨਾਂ ਦਾ ਸੇਵਕ ਬਣਨ ਵਾਸਤੇ ਆਇਆ ਹਾਂ। ਕਿਰਪਾ ਕਰੋ ਮੈਨੂੰ ਨਾਮ ਬਾਣੀ ਦਾ ਉਪਦੇਸ਼ ਦਿਓ। ਤਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਟਿਕਾਣ ਵਾਸਤੇ ਹਿਰਦੇ ਦੀ ਪੂਰਨ ਸੁੱਧੀ ਚਾਹੀਦੀ ਹੈ। ਉਹ ਜਿਹੜੀ ਹਿਰਦੇ ਦੀ ਨਿਰਮਲਤਾਈ ਹੈ ਉਹ ਗੁਰੂ ਦੇ ਦਰ ਦੀ, ਗੁਰੂ ਨਾਨਕ ਦੇ ਦਰ ਦੀਆਂ ਸੰਗਤਾਂ ਦੀ ਸੇਵਾ ਕਰਕੇ ਪਵਿੱਤਰਤਾ ਬਣਦੀ ਹੈ। ਬੜਾ ਮਨ ਟਿਕਿਆ ਹੋਇਆ ਸੀ। ਤੀਰਥ ਯਾਤਰਾ ਕਰਦਿਆਂ ਸ਼ਰਧਾ ਡੁੱਲ ਡੁੱਲ ਕੇ ਬਾਬਾ ਅਮਰਦਾਸ ਜੀ ਦੀ ਪੈਂਦੀ ਸੀ। ਉਸੇ ਸ਼ਰਧਾ ਨੇ ਕਹਾ ਦਿੱਤਾ ਕਿ ਅੱਜ ਸਤਿਗੁਰੂ ਮੈਂ ਕੁੜਮਾਚਾਰੀ ਦਾ ਰਿਸ਼ਤਾ ਰੱਖ ਕੇ ਨਹੀਂ ਆਇਆ, ਮੈਂ ਤੇ ਆਪ ਜੀ ਨੂੰ ਪਰਮੇਸ਼ਰ ਰੂਪ ਜਾਣ ਕੇ ਆਪ ਦੇ ਚਰਨਾਂ ਦਾ ਭੌਰਾ ਸੇਵਕ ਬਣਨ ਵਾਸਤੇ ਆਇਆ ਹਾਂ। ਫਿਰ ਉੱਥੇ ਬੇਅੰਤ ਸੰਗਤਾਂ ਸੇਵਾ ਕਰਦੀਆਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ। ਕੋਈ ਸੰਗਤਾਂ ਲੰਗਰ ਤਿਆਰ ਕਰਦੀਆਂ ਨੇ, ਕੋਈ ਲੰਗਰ ਵਰਤਾਉਂਦੀਆਂ ਨੇ, ਕੋਈ ਝਾੜੂ ਦੀ ਸੇਵਾ ਕਰਦਾ, ਕੋਈ ਦਰੀਆਂ ਵਿਛਾਉਣ ਦੀ ਸੇਵਾ ਹੈ। ਤੇ ਅੱਜ ਬਾਬਾ ਅਮਰਦਾਸ ਜੀ ਨੇ ਸਤਿਗੁਰਾਂ ਦੇ ਕੋਲੋਂ ਸੇਵਾ ਮੰਗ ਲਈ, ਮਹਾਰਾਜ ਮੈਨੂੰ ਆਪ ਜੀ ਆਪਣੇ ਪਾਵਨ ਪਵਿੱਤਰ ਤਨ ਦਾ ਇਸ਼ਨਾਨ ਕਰਵਾਉਣ ਦੀ ਸੇਵਾ ਦੇ ਦਿਓ। ਇਹ ਬਹੁਤ ਵੱਡੀ ਸੇਵਾ ਹੈ, ਕਿਉਂਕਿ ਕਿਸੇ ਪੂਰਨ ਕਮਾਈ ਵਾਲੇ ਸਾਧੂ ਦੇ ਕੋਲ ਰਹਿਣਾ ਬਹੁਤ ਔਖਾ ਹੁੰਦਾ। ਉਹ ਤੇ ਆਪ ਪਰਮੇਸ਼ਰ ਰੂਪ ਨੇ ਇੱਕ ਖਿਣ, ਇੱਕ ਘੜੀ, ਮਿੰਟ, ਸੈਕਿੰਡ ਵੀ ਸੇਵਾ ਵਿੱਚ ਇੱਧਰ ਉੱਧਰ ਸਮਾਂ ਨਹੀਂ ਹੋ ਸਕਦਾ ਹੈ। ਉਹ ਜਿਹੜੀ ਸੇਵਾ ਬਾਬਾ ਅਮਰਦਾਸ ਸਾਹਿਬ ਜੀ ਨੇ ਫਿਰ ਲਈ ਹੈ, ਸੀਸ ਦੇ ਉੱਤੇ ਗਾਗਰ ਚੁੱਕ ਲੈਣੀ, ਅੱਧੀ ਰਾਤ ਦੇ ਵਕਤ ਖਡੂਰ ਸਾਹਿਬ ਦੀ ਪਾਵਨ ਧਰਤੀ ਤੋਂ ਇਸ ਪਾਵਨ ਸਥਾਨਾਂ ਵੱਲ ਗੋਇੰਦਵਾਲ ਸਾਹਿਬ ਦੇ ਵੱਲ ਨੂੰ ਚਾਲੇ ਮਾਰ ਦੇਣੇ। ਬਿਆਸਾ ਇਸ ਜਲ ਦੇ ਨਦੀ ਦੇ ਵਿੱਚੋਂ ਜਲ ਦੀ ਗਾਗਰ ਭਰਨੀ, ਆਪਣੇ ਸੀਸ ਦੇ ਉੱਤੇ ਰੱਖ ਕਰਕੇ ਤੁਰ ਪੈਣਾ। ਅੰਮ੍ਰਿਤ ਵੇਲੇ ਪੂਰੇ ਸਹੀ ਵਕਤ ਸਮੇਂ ਨਾਲ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਸ਼ਨਾਨ ਕਰਵਾਉਣਾ। ਫਿਰ ਸਤਿਗੁਰਾਂ ਦੇ ਤਨ ਦੇ ਵਸਤਰ ਆਪ ਗੁਰੂ ਅਮਰਦਾਸ ਮਹਾਰਾਜ ਜੀ ਨੇ ਧੋਣੇ। ਇਸ਼ਨਾਨ ਕਰਵਾਉਣ ਤੋਂ ਬਾਅਦ ਨਵੇਂ ਵਸਤਰ ਪਹਿਨਾ ਕੇ ਸਤਿਗੁਰਾਂ ਨੂੰ ਗੁਰਤਾ ਗੱਦੀ ਦੇ ਤਖਤ ਦੇ ਉੱਤੇ ਸੁਭਾਏਮਾਨ ਕਰਨਾ। ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਸਤਿਗੁਰਾਂ ਨੂੰ ਬਿਠਾਉਣਾ। ਫਿਰ ਸਾਰਾ ਦੀਵਾਨ ਜਦੋਂ ਚੱਲਣਾ, ਗੁਰੂ ਦੇ ਚਰਨਾਂ ਵਿੱਚ ਬੈਠ ਕਰਕੇ ਹਾਜ਼ਰੀਆਂ ਭਰਨੀਆਂ। ਇਹ ਜਿਹੜੀ ਸੇਵਾ ਸੀ ਬਾਬਾ ਅਮਰਦਾਸ ਸਾਹਿਬ ਜੀ ਇਸ ਤਰ੍ਹਾਂ ਕਰਦੇ ਸਨ ਕਿ ਸਾਰਾ ਦਿਨ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੀ ਮੁੱਠੀ ਚਾਪੀ ਕਰਦਿਆਂ ਰਹਿਣਾ, ਸਤਿਗੁਰੂ ਪਾਤਸ਼ਾਹ ਦੇ ਬਚਨ ਸੁਣਨੇ, ਸੰਗਤਾਂ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਕਰਕੇ ਬੈਠਣਾ, ਬਚਨ ਸ਼ਰਵਣ ਕਰਨੇ। ਜਦੋਂ ਰਾਤ ਦਾ ਵਕਤ ਹੋ ਜਾਣਾ, ਗੁਰੂ ਅੰਗਦ ਦੇਵ ਸਾਹਿਬ ਜੀ ਪਲੰਘ ਦੇ ਉੱਤੇ ਆਰਾਮ ਕਰਦੇ ਹੋਣੇ ਤੇ ਬਾਬਾ ਅਮਰਦਾਸ ਸਾਹਿਬ ਜੀ ਨੇ ਕਦੇ ਲੰਬਿਆਂ ਪੈ ਕੇ ਸੌਂ ਕੇ ਨਹੀਂ ਵੇਖਿਆ। ਉਹਦਾ ਕਾਰਨ ਕੀ ਸੀ? ਕਿਤੇ ਲੰਬਿਆਂ ਪੈ ਕਰਕੇ ਨੀਂਦ ਵਸ ਹੋ ਗਏ। ਗੁਰੂ ਅੰਗਦ ਦੇਵ ਸਾਹਿਬ ਨੇ ਆਵਾਜ਼ ਦੇ ਦਿੱਤੀ, ਗੁਰੂ ਦੀ ਆਵਾਜ਼ ਨਾ ਸੁਣਾਈ ਦਿੱਤੀ ਤਾਂ ਗੁਰੂ ਦੇ ਬਚਨ ਦਾ ਨਰਾਦਰ ਹੋ ਜਾਵੇਗਾ। ਸਾਰੀ ਰਾਤ ਚੌਂਕੜੇ ਵਿੱਚ ਬੈਠ ਜਾਣਾ ਜਾਂ ਕੰਧ ਦੇ ਨਾਲ ਢੋ ਲਾ ਕਰਕੇ ਬੈਠੇ ਰਹਿਣਾ ਕਿ ਕਦੋਂ ਗੁਰੂ ਅੰਗਦ ਸਾਹਿਬ ਕੋਈ ਹੁਕਮ ਕਰਨਗੇ, ਮੈਂ ਗੁਰੂ ਦਾ ਬਚਨ ਸਤ ਵਚਨ ਕਰਕੇ ਮੰਨਣਾ ਕਰਾਂ। ਫਿਰ ਸ਼ਰਧਾ ਜਿਹੜੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਿਰਦੇ ਦੇ ਅੰਦਰ, ਉਹ ਇਸ ਤਰ੍ਹਾਂ ਵਸੀ ਹੋਈ ਸੀ ਕਿ ਖਡੂਰ ਸਾਹਿਬ ਦੀ ਧਰਤੀ ਤੋਂ ਜਦੋਂ ਚੱਲਦੇ ਸਨ, ਜਿਹੜਾ ਦਮਦਮਾ ਸਾਹਿਬ ਰਸਤੇ ਵਿੱਚ ਸਥਾਨ ਆਉਂਦਾ, ਇੱਥੋਂ ਤੱਕ ਆਪਣਾ ਮੁਖੜਾ ਖਡੂਰ ਸਾਹਿਬ ਦੇ ਵੱਲ ਰੱਖਦੇ ਸਨ। ਗੁਰੂ ਸਾਹਿਬ ਦੇ ਵੱਲ ਕਿਤੇ ਪਿੱਠ ਨਾ ਹੋ ਜਾਵੇ, ਕੰਡ ਨਾ ਹੋ ਜਾਵੇ। ਗੁਰੂ ਦੀ ਇੰਨਾ ਸਾਧ ਸੰਗਤ ਜੀ, ਉਹ ਨਰਾਦਰੀ ਦਾ ਭੈ ਸੀ ਮਨ ਵਿੱਚ। ਅਸੀਂ ਤੇ ਅੱਜ ਗੁਰੂ ਦਾ ਜਿਹੜਾ ਨਰਾਦਰ ਸਤਿਗੁਰੂ ਦੇ ਦਰਬਾਰ ਵਿੱਚ ਹੀ ਕਰਨੋਂ ਨਹੀਂ ਹਟਦੇ ਹਾਂ। ਸਤਿਗੁਰੂ ਪਾਤਸ਼ਾਹ ਦਾ ਸਰੂਪ ਪ੍ਰਕਾਸ਼ ਹੋਵੇ, ਪਤਾ ਹੀ ਨਹੀਂ ਲੱਗਦਾ ਗੁਰੂ ਵੱਲ ਕਿੰਨੀ ਵਾਰੀ ਆਪਣੀ ਕੰਡ ਪਿੱਠ ਕਰ ਦਿੰਦੇ। ਗੁਰੂ ਅਮਰਦਾਸ ਮਹਾਰਾਜ ਨੇ ਪੂਰਨੇ ਪਾ ਦਿੱਤੇ, ਗੁਰਸਿੱਖਾ ਜੇ ਤੇਰਾ ਪਿਆਰ ਗੁਰੂ ਨਾਲ ਹੋਵੇ, ਇਹੋ ਜਿਹਾ ਹੋਵੇ ਕਿ ਗੁਰੂ ਦੇ ਵੱਲ ਤੇਰੀ ਕਦੇ ਕੰਡ ਨਹੀਂ ਹੋਣੀ ਚਾਹੀਦੀ।
ਫਿਰ ਉੱਥੋਂ ਇਸ ਬਿਆਸਾ ਵੱਲ ਆਉਣਾ, ਇਹਨਾਂ ਸਥਾਨਾਂ ਤੋਂ ਗਾਗਰਾਂ ਭਰ ਕੇ ਲੈ ਜਾਣੀਆਂ। ਇਹ ਸੇਵਾ ਗਾਗਰ ਢੋਣ ਦੀ 1-2 ਦਿਨ ਜਾਂ 1-2 ਸਾਲ ਨਹੀਂ ਹੈ, ਇਹ 12 ਸਾਲ ਸਤਿਗੁਰਾਂ ਨੇ ਗਾਗਰਾਂ ਢੋਈਆਂ ਨੇ। 61 ਸਾਲ ਦੀ ਉਮਰ ਸੀ ਜਿਸ ਵੇਲੇ ਆ ਕੇ ਸੇਵਾ ਵਿੱਚ ਹਾਜ਼ਰ ਹੁੰਦੇ ਪਏ ਨੇ, ਤੇ ਅਸੀਂ ਇਹ ਉਮਰ ਦੇ ਅੰਦਰ ਸੁੱਖ ਆਰਾਮ ਭਾਲਦੇ ਹਾਂ ਕਿ ਹੁਣ 50 ਸਾਲ ਤੋਂ ਉਮਰ ਉੱਚੀ ਹੋ ਗਈ ਹੈ, 60 ਸਾਲ ਤੋਂ ਵਧੇਕ ਉਮਰ ਹੋ ਗਈ, ਹੁਣ ਤੇ ਬਹੁਤ ਕੁਝ ਕਰ ਲਿਆ, ਹੁਣ ਆਰਾਮ ਕਰੀਏ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ 61 ਸਾਲ ਦੀ ਉਮਰਾਂ ਦੇ ਅੰਦਰ ਆ ਕੇ ਸੇਵਾ ਵਿੱਚ ਹਾਜ਼ਰ ਹੁੰਦੇ ਪਏ ਨੇ। ਫਿਰ ਸਤਿਗੁਰੂ ਪਾਤਸ਼ਾਹ ਦੀ ਸੇਵਾ ਕਰਕੇ ਗੁਰਾਂ ਨੂੰ ਪ੍ਰਸੰਨ ਕਰ ਲਿਆ। ਜਦੋਂ ਅੱਧੀ ਰਾਤ ਦੇ ਵਕਤ ਗਾਗਰ ਮੋਢੇ 'ਤੇ ਚੁੱਕੀ ਹੋਈ ਹੈ, ਜਾ ਕਰਕੇ ਜੁਲਾਹੇ ਦੀ ਖੱਡੀ ਵਿੱਚ ਜਿਹੜਾ ਕਿੱਲਾ ਗੱਡਿਆ ਸੀ, ਪੈਰ ਦਾ ਠੇਡਾ ਵੱਜਿਆ ਤੇ ਸਤਿਗੁਰਾਂ ਦਾ ਸਰੀਰ ਬਾਬਾ ਅਮਰਦਾਸ ਮਹਾਰਾਜ ਦਾ ਧਰਤੀ 'ਤੇ ਡਿੱਗਿਆ। ਗੁਰੂ ਨਾਲ ਕੈਸੀ ਪ੍ਰੀਤ ਹੈ। ਭਾਈ ਮੰਝ ਜੀ ਵੀ ਕਦੇ ਖੂਹ ਦੇ ਵਿੱਚ ਡਿੱਗਦੇ ਨੇ, ਉਹਨਾਂ ਨੇ ਸਾਧ ਸੰਗਤ ਜੀ ਲੱਕੜਾਂ ਨਹੀਂ ਭਿੱਜਣ ਦਿੱਤੀਆਂ ਸਨ। ਕਿਹਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਸਤਿਗੁਰੂ ਮੇਰਾ ਸਰੀਰ ਬਾਅਦ ਵਿੱਚ ਕੱਢ ਲਿਓ, ਗੁਰੂ ਕੀਆਂ ਪਿਆਰੀਆਂ ਸੰਗਤਾਂ ਵਾਸਤੇ ਲੰਗਰ ਬਣਨਾ ਹੈ, ਇਹ ਲੱਕੜਾਂ ਕਿਤੇ ਪਾਣੀ ਵਿੱਚ ਡਿੱਗ ਕੇ ਗਿੱਲੀਆਂ ਨਾ ਹੋ ਜਾਣ, ਪਹਿਲਾਂ ਲੱਕੜਾਂ ਕੱਢਣ ਦਾ ਪ੍ਰਬੰਧ ਕਰੋ। ਅੱਜ ਬਾਬਾ ਅਮਰਦਾਸ ਸਾਹਿਬ ਜੀ ਜਦੋਂ ਖੱਡੀ ਵਿੱਚ ਡਿੱਗਦੇ ਨੇ ਤਾਂ ਉੱਥੇ ਸਰੀਰ ਦੀ ਕੋਈ ਪਰਵਾਹ ਨਹੀਂ ਕੀਤੀ। ਸਰੀਰ 'ਤੇ ਸੱਟ ਚੋਟ ਵੀ ਲੱਗਦੀ ਹੈ, ਪਰੰਤੂ ਜਿਹੜੀ ਮੋਢੇ 'ਤੇ ਰੱਖੀ ਗਾਗਰ, ਉਹਦਾ ਜਲ ਧਰਤੀ 'ਤੇ ਡੁੱਲਣ ਨਹੀਂ ਦਿੱਤਾ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਤਨ ਦੇ ਉੱਤੇ ਜਾ ਕੇ ਜਲ ਲੱਗਣਾ ਹੈ। ਗੁਰੂ ਦੇ ਸਤਿਗੁਰੂ ਦੇ ਇਸ਼ਨਾਨ ਦੇ ਸਮੇਂ ਵਿੱਚ ਫਰਕ ਨਾ ਪੈ ਜਾਵੇ। ਤੇ ਉੱਥੋਂ ਫਿਰ ਸਤਿਗੁਰੂ ਪਾਤਸ਼ਾਹ ਜਦੋਂ ਉੱਠਣ ਲੱਗਦੇ ਨੇ ਗਾਗਰ ਲੈ ਕਰਕੇ, ਤੇ ਜੁਲਾਹਾ ਜਿਹੜਾ ਸੀ ਆਪਣੀ ਪਤਨੀ ਨੂੰ ਪੁੱਛਦਾ ਹੈ, ਭਾਗਵਾਨੇ ਖੜਾਕ ਹੋਇਆ ਹੈ, ਆਵਾਜ਼ਾਂ ਆਇਆ ਹੈ, ਵੇਖ ਅੱਧੀ ਰਾਤ ਦੇ ਵਕਤ ਕੌਣ ਹੈ, ਕੋਈ ਚੋਰ ਹੋਵੇਗਾ ਜਾਂ ਕੋਈ ਓਪਰਾ ਮਨੁੱਖ ਘਰ ਵਿੱਚ ਆ ਕੇ ਵੜ ਗਿਆ। ਤਾਂ ਉਹਦੀ ਪਤਨੀ ਕਹਿੰਦੀ, ਪਤੀ ਦੇਵ ਅੱਧੀ ਰਾਤ ਦੇ ਵਕਤ ਹੋਰ ਕੌਣ ਹੋਣਾ, ਇਹ ਤੇ ਅਮਰੂ ਨਥਾਵਾ ਹੋਵੇਗਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਰਮੇਸ਼ਰ ਸਵਰੂਪ ਸਤਿਗੁਰੂ ਵਾਸਤੇ ਉਹਦੀ ਪਤਨੀ ਸ਼ਬਦ ਵਰਤਦੀ ਹੈ ਕਿ ਅਮਰੂ ਹੋਵੇਗਾ। ਨਥਾਵਾਂ ਜਿਹਨੂੰ ਕੋਈ ਥਾਂ ਨਹੀਂ ਮਿਲੀ ਹੈ ਦੁਨੀਆ ਦੇ ਅੰਦਰ, ਕੁੜਮਾਂ ਦੇ ਦਰਵਾਜ਼ੇ 'ਤੇ ਟੁੱਕੜ ਖਾਣ ਵਾਸਤੇ ਪਾਣੀ ਢੋਂਦਾ ਪਿਆ। ਇਹ ਸ਼ਬਦ ਜਦੋਂ ਕਹੇ ਨੇ ਬਾਬਾ ਅਮਰਦਾਸ ਸਾਹਿਬ ਜੀ ਨੇ, ਜਦੋਂ ਨਿਥਾਵਾਂ ਸ਼ਬਦ ਸੁਣਿਆ ਤੇ ਕਹਿਣ ਲੱਗੇ ਨੇ, ਹੇ ਝੱਲੀਏ ਮੈਨੂੰ ਤੇ ਥਾਂ ਪ੍ਰਾਪਤ ਹੋ ਗਿਆ ਹੈ, ਮੈਂ ਤੇ ਗੁਰੂ ਅੰਗਦ ਦੇਵ ਸਾਹਿਬ ਦੇ ਦਰ 'ਤੇ ਆ ਪਹੁੰਚਿਆ, ਪੂਰਾ ਮੈਨੂੰ ਗੁਰੂ ਮਿਲ ਚੁੱਕਿਆ, ਮੈਂ ਹੁਣ ਨਿਥਾਵਾ ਨਹੀਂ ਰਿਹਾ। ਜਿਹੜਾ ਝੱਲੀਏ ਸ਼ਬਦ ਵਰਤਿਆ, ਇਹਦੇ ਨਾਲ ਕੀ ਹੋਇਆ, ਉਹਦੇ ਦਿਮਾਗ ਵਿੱਚ ਐਸਾ ਫਰਕ ਪਿਆ। ਇੱਕ ਸਾਧ ਬਚਨ ਅਟਲਾਦਾ, ਕਮਾਈ ਵਾਲਾ ਸਾਧਨਾ ਕਰਨ ਵਾਲੇ ਦੇ ਬਚਨ ਨਹੀਂ ਕਦੇ ਮਿਟਦੇ, ਉਹ ਤੇ ਆਪ ਗੁਰੂ ਨਾਨਕ ਦਾ ਸਵਰੂਪ ਹਨ। ਜਦੋਂ ਸਾਧ ਸੰਗਤ ਰਾਤ ਗੁਜ਼ਰਦੀ ਹੈ, ਅੰਮ੍ਰਿਤ ਵੇਲੇ ਨੂੰ ਦਿਮਾਗ ਵਿੱਚ ਐਸਾ ਫਰਕ ਪਿਆ, ਆਪਣੇ ਸਿਰ ਦੇ ਕੇਸ ਪੁੱਟਣੇ ਸ਼ੁਰੂ ਕਰ ਦਿੱਤੇ, ਵਸਤਰ ਸਰੀਰ ਦੇ ਪਾੜ ਕਰਕੇ ਲਾਹ ਦਿੱਤੇ ਨੇ। ਤੇ ਇਹਦਾ ਜਿਹੜਾ ਪਤੀ ਹੈ ਇਹ ਸੋਚੀ ਪੈ ਗਿਆ, ਇਹ ਕੀ ਭਾਣਾ ਵਰਤ ਗਿਆ, ਰਾਤੋਂ ਰਾਤ ਇਹਦੇ ਦਿਮਾਗ ਵਿੱਚ ਐਸਾ ਫਰਕ ਕਿਉਂ ਪੈ ਗਿਆ, ਕਿਉਂ ਝੱਲੀ ਪਾਗਲ ਹੋ ਗਈ। ਤਾਂ ਫਿਰ ਉਸ ਵੇਲੇ ਯਾਦ ਆਇਆ ਗੁਰੂ ਅੰਗਦ ਸਾਹਿਬ ਦਾ ਸੇਵਾਦਾਰ ਬਾਬਾ ਅਮਰਦਾਸ, ਉਹ ਬਚਨ ਕਰ ਗਿਆ ਹੈ। ਫਿਰ ਆਪਣੀ ਪਤਨੀ ਨੂੰ ਨਾਲ ਲੈ ਕੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਪਹੁੰਚਿਆ, ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਮੇਰੀ ਇਹ ਪਤਨੀ ਨੇ ਰਾਤ ਆਪ ਜੀ ਦੇ ਸੇਵਕ ਬਾਬਾ ਅਮਰਦਾਸ ਜੀ ਨੂੰ ਨਿਥਾਵਾਂ ਦੇ ਸ਼ਬਦ ਕਹਿ ਦਿੱਤੇ ਨੇ। ਉਹਨਾਂ ਨੇ ਕਹਿ ਦਿੱਤਾ ਕਿ ਤੂੰ ਝੱਲੀ ਹੈ, ਤੈਨੂੰ ਪਤਾ ਨਹੀਂ, ਮੈਨੂੰ ਤੇ ਥਾਂ ਮਿਲ ਗਿਆ, ਮੈਂ ਨਿਥਾਵਾ ਨਹੀਂ ਰਿਹਾ। ਮਹਾਰਾਜ ਬਚਨਾਂ ਦੇ ਨਾਲ ਇਹਦੇ ਦਿਮਾਗ ਵਿੱਚ ਅੰਤਰਾ ਫਰਕ ਪੈ ਗਿਆ, ਕਿਰਪਾ ਕਰੋ ਇਹਨੂੰ ਬਖਸ਼ ਲਓ। ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਕੋਲ ਬੁਲਾਇਆ, ਪੁੱਛਣਾ ਕੀਤਾ, ਪੁਰਖਾ ਕੀ ਬਚਨ ਇਸ ਦੇ ਪ੍ਰਥਾਏ ਕਿਹਾ ਹੈ।
ਤਾਂ ਬਾਬਾ ਅਮਰਦਾਸ ਜੀ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ, ਮੈਂ ਤੇ ਗੁਰੂ ਨਾਨਕ ਦੇ ਦਰ ਦੀ ਵਡਿਆਈ ਜਾਣ ਕਰਕੇ ਇਹਨੇ ਜਦੋਂ ਨਿਥਾਵਾਂ ਸ਼ਬਦ ਕਿਹਾ ਤੇ ਝੱਲੀ ਸ਼ਬਦ ਕਹਿ ਦਿੱਤਾ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ, ਸੇਵਕਾ ਤੇਰੀ ਸੇਵਾ ਥਾਂ ਪੈ ਚੁੱਕੀ ਹੈ, ਤੇਰੀ ਸੇਵਾ ਪ੍ਰਵਾਨ ਹੋ ਗਈ ਹੈ। ਅੱਜ ਤੋਂ ਹੁਣ ਗਾਗਰ ਢੋਣੀ ਤੇਰੀ ਸੇਵਾ ਨਹੀਂ ਰਹੀ ਤੇ ਤੂੰ ਅੱਜ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦਾ ਮਾਲਕ ਬਣ ਗਿਆ ਹੈ। ਫਿਰ ਸਤਿਗੁਰੂ ਪਾਤਸ਼ਾਹ ਨੇ ਉਸ ਜੁਲਾਹੇ ਦੀ ਪਤਨੀ ਦਾ ਜਿਹੜਾ ਝੱਲਾਪੁਣਾ ਸੀ ਦੂਰ ਕੀਤਾ ਤੇ ਨਾਲ ਬਚਨ ਕਰ ਦਿੱਤੇ, ਆਪਣੀ ਰਸਨਾ ਤੋਂ ਬਾਬਾ ਅਮਰਦਾਸ ਜੀ ਅੱਜ ਤੋਂ ਜਿਹੜਾ ਬਚਨ ਕਰਨਾ ਉਹ ਅਟੱਲ ਹੋਇਆ ਕਰੇਗਾ ਤੇ ਸੋਚ ਕਰਕੇ ਵਿਚਾਰ ਕੇ ਤੁਸੀਂ ਰਸਨਾ ਤੋਂ ਬਚਨ ਕਹਿਣੇ। ਫਿਰ ਕੇਸੀ ਇਸ਼ਨਾਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਬਾਬਾ ਅਮਰਦਾਸ ਸਾਹਿਬ ਜੀ ਦਾ ਖਡੂਰ ਸਾਹਿਬ ਦੀ ਧਰਤੀ ਤੇ ਕਰਵਾਇਆ। ਸਮੁੱਚੀਆਂ ਸੰਗਤਾਂ ਬੁਲਾਈਆਂ ਨੇ, ਦੋਵੇਂ ਪੁੱਤਰ ਦਾਤੂ ਤੇ ਦਾਸੂ ਜੀ ਨੂੰ ਬੁਲਾਇਆ। ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਮਰਜ਼ਾਦਾ ਪੂਰੀ ਕਰੋ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਵੇਲੇ ਕਰਵਾਈ ਸੀ। ਥਾਲ ਦੇ ਵਿੱਚ 5 ਪੈਸੇ ਰੱਖੇ ਨੇ, ਨਾਰੀਅਲ ਰੱਖਿਆ ਗਿਆ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਗੁਰਤਾ ਗੱਦੀ ਦਾ ਤਿਲਕ ਹੈ ਕੇਸਰ ਚੰਦਨ ਦਾ, ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਸਤਕ ਦੇ ਉੱਤੇ ਆਪ ਆਪਣੇ ਕਰ ਕਮਲਾਂ ਨਾਲ ਲਾਇਆ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ 5 ਪੈਸੇ ਨਾਰੀਅਲ ਥਾਲ ਵਿੱਚ ਰੱਖ ਕਰਕੇ ਚਰਨਾਂ ਤੇ ਮੱਥਾ ਟੇਕਿਆ ਤੇ 3 ਜਿਹੜੀਆਂ ਪ੍ਰਕਰਮਾਂ ਸੀ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਪ੍ਰਕਰਮਾਂ ਕੀਤੀਆਂ ਨੇ ਤੇ ਸੰਗਤਾਂ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਬਾ ਅਮਰਦਾਸ ਜੀ ਇਹ ਸਾਡਾ ਰੂਪ ਗੁਰੂ ਨਾਨਕ ਦਾ ਰੂਪ ਹੋ ਚੁੱਕੇ ਨੇ ਤੇ ਸਾਡੀ ਜੋਤ ਅੱਜ ਬਾਬਾ ਅਮਰਦਾਸ ਜੀ ਦੇ ਅੰਦਰ ਸਮਾ ਚੁੱਕੀ ਹੈ। ਜਿਹੜੀ ਸਵੈੰਗ ਜੋਤ ਹੈ ਬਾਬਾ ਅਮਰਦਾਸ ਜੀ ਦੇ ਅੰਦਰ ਵਿਆਪਕ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਮੱਥਾ ਟੇਕਿਆ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ। ਦੂਸਰਾ ਸੁਭਾਗ ਮਿਲਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਮੱਥਾ ਟੇਕਣ ਦਾ। ਉਸ ਤੋਂ ਬਾਅਦ ਫਿਰ ਜਿਹੜੇ ਅਨੰਨ ਪਿਆਰੇ ਸੇਵਕ ਸਤਿਗੁਰੂ ਪਾਤਸ਼ਾਹ ਦੇ ਨਿਕਟ ਵਰਤੀ ਗੁਰਸਿੱਖਾਂ ਨੇ ਮੱਥਾ ਟੇਕਿਆ। ਸਾਰੀਆਂ ਸੰਗਤਾਂ ਝੁਕੀਆਂ ਨੇ, ਪਰੰਤੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਦਾਸੂ ਜੀ ਤੇ ਦਾਤੂ ਜੀ ਇਹ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਨਹੀਂ ਝੁਕੇ। ਇਹਨਾਂ ਨੇ ਕਹਿ ਦਿੱਤਾ ਸੀ ਕਿ ਇਸ ਪੁਰਖ ਨੇ ਸਾਡੇ ਪਿਤਾ ਦੇ ਆ ਕਰਕੇ ਸਾਰਾ ਕੁਝ ਹੀ ਇਹਨਾਂ ਨੇ ਲੈ ਲਿਆ, ਸੇਵਾ ਕਰਕੇ ਸਭ ਕੁਝ ਲੈ ਗਏ, ਸਾਡੇ ਪਿਤਾ ਨੇ ਸਾਨੂੰ ਗੁਰਤਾ ਗੱਦੀ ਤੋਂ ਖਾਲੀ ਰੱਖ ਦਿੱਤਾ। ਪਰੰਤੂ ਇਹ ਜਿਹੜੀਆਂ ਦਾਤਾਂ ਨੇ ਇਹ ਤਾਂ ਸਾਧ ਸੰਗਤ ਸੇਵਾ ਕਰਕੇ ਮਿਲਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਨੂੰ ਤਿਆਗ ਕਰਕੇ ਭਾਈ ਲਹਿਣਾ ਜੀ ਨੂੰ ਸਭ ਕੁਝ ਦੇ ਦਿੱਤਾ ਤੇ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਦੋਹਾਂ ਪੁੱਤਰਾਂ ਨੂੰ ਤਿਆਗ ਕੇ ਜਦੋਂ ਸੇਵਾ ਭਾਵਨਾ ਬਾਬਾ ਅਮਰਦਾਸ ਜੀ ਦੀ ਵੇਖੀ ਤੇ ਗੁਰਤਾ ਗੱਦੀ ਦਾ ਤਖਤ ਦੇ ਦਿੱਤਾ। ਨਾਲ ਬਚਨ ਕੀਤੇ ਸੀ। ਸਤਿਗੁਰੂ ਕਹਿਣ ਲੱਗੇ, ਪੁਰਖਾ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਦੀ ਪਾਵਨ ਧਰਤੀ ਤੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ ਕਿਹਾ ਸੀ ਇੱਥੇ ਨਹੀਂ ਰਹਿਣਾ ਹੋਵੇਗਾ। ਬਾਬਾ ਸ੍ਰੀ ਚੰਦ ਜੀ, ਲਖਮੀ ਦਾਸ ਜੀ ਦੇ ਮਨ ਵਿੱਚ ਈਰਖਾ ਪੈਦਾ ਹੋਵੇਗੀ, ਖਡੂਰ ਸਾਹਿਬ ਦੀ ਧਰਤੀ ਚਲੇ ਜਾਓ। ਅਸੀਂ ਬਚਨ ਮੰਨਿਆ, ਖਡੂਰ ਸਾਹਿਬ ਆ ਗਏ। ਅੱਜ ਤੁਹਾਨੂੰ ਬਚਨ ਕਰਦੇ ਹਾਂ, ਗੁਰਤਾ ਗੱਦੀ ਦੀ ਬਖਸ਼ਿਸ਼ ਤੁਹਾਨੂੰ ਕਰ ਦਿੱਤੀ ਹੈ। ਅੱਜ ਤੁਸਾਂ ਨੇ ਇੱਥੇ ਖਡੂਰ ਸਾਹਿਬ ਨਹੀਂ ਰਹਿਣਾ, ਗੋਇੰਦਵਾਲ ਦੀ ਧਰਤੀ ਤੇ ਚਲੇ ਜਾਓ। ਇਹ ਗੋਂਦੇ ਖੱਤਰੀ ਦਾ ਨਗਰ ਸੀ ਜਿਸ ਨੂੰ ਅੱਜ ਸ੍ਰੀ ਗੋਇੰਦਵਾਲ ਸਾਹਿਬ ਦਾ ਨਾਮ ਦਿੱਤਾ ਗਿਆ। ਇਹ ਆਪ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨਾਲ ਆਏ ਸੀ ਚੱਲ ਕੇ ਬਾਬਾ ਅਮਰਦਾਸ ਜੀ ਦੇ, ਜਦੋਂ ਇਹ ਨਗਰ ਦੀ ਮੋਹੜੀ ਗੱਡਣੀ ਸੀ। ਫਿਰ ਇਹ ਨਗਰ ਆਬਾਦ ਕਰਵਾਇਆ ਸੀ ਕਹਿ ਕਰਕੇ ਗੁਰੂ ਅੰਗਦ ਸਾਹਿਬ ਜੀ ਨੇ ਅੱਜ ਗੁਰਤਾ ਗੱਦੀ ਦੀਆਂ ਬਖਸ਼ਿਸ਼ਾਂ ਕਰਕੇ ਬਾਬਾ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਣ ਦਾ ਉਪਦੇਸ਼ ਦੇ ਦਿੱਤਾ ਹੈ। ਫਿਰ ਇਹਨਾਂ ਪਾਵਨ ਸਥਾਨਾਂ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਬਚਨਾਂ ਨਾਲ ਬਾਬਾ ਅਮਰਦਾਸ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਬਣ ਕੇ ਆਏ ਨੇ। ਇੱਥੇ ਫਿਰ ਜਿਹੜੀਆਂ ਮਹਾਨ ਸੇਵਾਵਾਂ ਆਰੰਭੀਆਂ ਨੇ, ਬੌਲੀ ਸਾਹਿਬ ਦੀ ਚੱਠ ਕਰਵਾਈ ਹੈ ਤੇ ਵਿਸਾਖੀ ਵਾਲੇ ਦਿਨ ਇਹਦੀ ਚੱਠ ਹੋਈ ਸੀ ਬੌਲੀ ਸਾਹਿਬ ਦੀ। ਤੇ ਸਤਿਗੁਰੂ ਪਾਤਸ਼ਾਹ ਨੇ ਉਸ ਦਿਨ ਤੋਂ ਇੱਥੇ ਐਲਾਨ ਕੀਤਾ ਸੀ
ਕਿ ਹਰ ਸਾਲ ਜਿਹੜੀ ਵਿਸਾਖੀ ਹੈ, ਵਿਸਾਖੀ ਤੇ ਜਿਹੜੀ ਗੁਰੂ ਨਾਨਕ ਦੀ ਜੋਤ ਜਿਹੜੇ ਸਰੀਰ ਵਿੱਚ ਵਰਤਦੀ ਹੋਵੇਗੀ, ਉੱਥੇ ਸੰਗਤਾਂ ਆ ਕਰਕੇ ਇਕੱਠੀਆਂ ਹੋਇਆ ਕਰਨਗੀਆਂ। ਵਿਸਾਖੀ ਦਾ ਦਿਹਾੜਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਤੋਂ ਬੌਲੀ ਸਾਹਿਬ ਦੀ ਚੱਠ ਕਰਕੇ ਸਤਿਗੁਰਾਂ ਨੇ ਆਰੰਭ ਕੀਤਾ ਸੀ। ਫਿਰ ਚੌਥੇ ਸਰੂਪ ਦੇ ਵਿੱਚ ਪੰਜਵੇਂ ਸਰੂਪ ਅੰਦਰ ਜਿੱਥੇ ਜਿੱਥੇ ਸਤਿਗੁਰੂ ਪਾਤਸ਼ਾਹ ਸਰੀਰ ਕਰਕੇ ਵਿਆਪਕ ਹੋਇਆ ਕਰਦੇ, ਉੱਥੇ ਸੰਗਤਾਂ ਵਿਸਾਖੀ ਮਨਾਉਣ ਵਾਸਤੇ ਇਕੱਠੀਆਂ ਹੋਇਆ ਕਰਦੀਆਂ। ਇਹ ਜਿਹੜੀ ਦੇਣ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੈ, ਜਿਹੜੀ ਵਿਸਾਖੀ ਮਨਾਉਣ ਦਾ ਦਿਹਾੜਾ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਸਥਾਨਾਂ ਤੋਂ ਆਰੰਭ ਕੀਤਾ। ਫਿਰ ਇਹਨਾਂ ਪਾਵਨ ਸਥਾਨਾਂ 'ਤੇ ਜਿਹੜੀ ਬੌਲੀ ਸਾਹਿਬ ਦੀ ਸਤਿਗੁਰਾਂ ਨੇ ਸੇਵਾ ਕਰਵਾਈ, ਇਹਦੀਆਂ 84 ਸੋਪਾਨ ਜਿਹੜੀਆਂ ਪੌੜੀਆਂ ਬਣਾਈਆਂ, ਤੇ ਸਤਿਗੁਰੂ ਪਾਤਸ਼ਾਹ ਨੇ ਨਾਲ ਬਚਨ ਵੀ ਕਰ ਦਿੱਤੇ, ਗੁਰਸਿੱਖੋ ਜਿਹੜਾ ਭਾਵਨਾ ਦੇ ਨਾਲ ਇੱਕ ਪੌੜੀ 'ਤੇ ਬੈਠ ਕੇ ਇੱਕ ਜਪਜੀ ਸਾਹਿਬ ਦਾ ਪਾਠ, ਫਿਰ ਦੂਸਰੀ ਪੌੜੀ 'ਤੇ ਬੈਠ ਕੇ ਦੂਸਰਾ ਜਪਜੀ ਸਾਹਿਬ ਦਾ ਪਾਠ, ਜਿੰਨੀਆਂ ਪੌੜੀਆਂ ਨੇ ਓਨੇ ਪਾਠ, ਤੇ ਓਨੀ ਵਾਰੀ ਕੇਸੀ ਇਸ਼ਨਾਨ ਬੌਲੀ ਸਾਹਿਬ ਦੇ ਅੰਦਰ ਕਰਕੇ ਪਾਠ ਕਰੇਗਾ, ਤੇ ਗੁਰੂ ਨਾਨਕ ਸਾਹਿਬ ਉਹਦੀ 84 ਕੱਟ ਦੇਣਗੇ। ਕਿਉਂਕਿ ਜਪਜੀ ਸਾਹਿਬ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬਾਣੀ ਹੈ, ਇਹ ਬਾਣੀ ਬ੍ਰਹਮ ਗਿਆਨ ਦੀ ਦਾਤੀ ਹੈ। ਜੇ ਕਿਸੇ ਨੇ ਬ੍ਰਹਮ ਦਾ ਗਿਆਨ ਪ੍ਰਾਪਤ ਕਰਨਾ ਹੋਵੇ, ਗੁਰਬਾਣੀ ਦੇ ਅਰਥਾਂ ਦੀ ਸੋਝੀ ਨਾ ਪੈਂਦੀ ਹੋਵੇ, ਕਿਸੇ ਦੀ ਮੋਟੀ ਬੁੱਧੀ ਹੋਵੇ, ਤੇ ਜਪਜੀ ਸਾਹਿਬ ਦੇ ਪਾਠਾਂ ਦਾ ਅਭਿਆਸ ਸ਼ੁਰੂ ਕਰ ਦੇਵੇ, ਤੇ ਬ੍ਰਹਮ ਗਿਆਨ ਦੀ ਜਿਹੜੀ ਦਾਤ ਗੁਰੂ ਨਾਨਕ ਝੋਲੀ ਪਾ ਦਿੰਦੇ ਨੇ। ਇਹ ਜਿਹੜੀ ਐਸੀ ਬਖਸ਼ਿਸ਼ ਕਰ ਦਿੱਤੀ ਕਿ 84 ਪਾਠ ਇਹਨਾਂ ਪਾਵਨ ਸਥਾਨਾਂ 'ਤੇ ਜਿਹੜਾ ਭਾਵਨਾ ਨਾਲ ਕਰੇਗਾ, ਗੁਰੂ ਨਾਨਕ ਸਾਹਿਬ ਉਹਨੂੰ ਜੰਮਣ ਮਰਨ ਤੋਂ ਰੱਖ ਲੈਣਗੇ। ਇਹ ਸਤਿਗੁਰੂ ਪਾਤਸ਼ਾਹ ਦੀ ਦੇਣ ਹੈ। ਫਿਰ ਇਹਨਾਂ ਪਾਵਨ ਸਥਾਨਾਂ 'ਤੇ ਸਤਿਗੁਰੂ ਨੇ ਜਿਹੜੇ ਨਿਯਮ ਬਣਾਏ ਸਨ, ਪ੍ਰਥਮੈ ਪੰਗਤ ਪਾਛੈ ਸੰਗਤ ਦਾ ਬਚਨ ਕੀਤਾ ਸੀ। ਚਾਹੇ ਅਕਬਰ ਆਇਆ, ਚਾਹੇ ਆਮ ਕੋਈ ਸਾਡੇ ਵਰਗਾ ਦੁਨਿਆਵੀ ਮਨੁੱਖ, ਕੋਈ ਗਰੀਬ ਆਇਆ, ਕੋਈ ਅਮੀਰ ਆਇਆ, ਕੋਈ ਬੱਚਾ, ਕੋਈ ਬੁੱਢਾ, ਕੋਈ ਇਸਤਰੀ, ਕੋਈ ਪੁਰਖ ਆਇਆ ਚੱਲ ਕੇ, ਸਾਰਿਆਂ ਨੂੰ ਇੱਕੋ ਬਚਨ ਸੀ ਸਤਿਗੁਰੂ ਪਾਤਸ਼ਾਹ ਦਾ, ਭਾਈ ਪਹਿਲਾਂ ਪੰਗਤ ਵਿੱਚ ਜਾ ਕਰਕੇ ਲੰਗਰ ਛਕੋ, ਤੇ ਜਿਹੜਾ ਪੰਗਤ ਦੇ ਅੰਦਰ ਲੰਗਰ ਛਕਦਾ ਸੀ ਉਹਨੂੰ ਸਤਿਗੁਰੂ ਦਰਸ਼ਨ ਦਿੰਦੇ ਸਨ। ਜਿਹੜਾ ਕੋਈ ਜਾਤ ਪਾਤ ਦਾ ਵਿਤਕਰਾ ਕਰਦਾ ਸੀ, ਮੈਂ ਅਮੀਰ ਹਾਂ, ਮੈਂ ਵੱਡੀ ਜਾਤੀ ਵਾਲਾ, ਮੈਂ ਰਾਜਾ ਹਾਂ, ਦੁਨੀਆ ਦਾ ਬਾਦਸ਼ਾਹ ਹਾਂ, ਮੈਂ ਆਮ ਲੋਕਾਂ ਵਿੱਚ ਬੈਠ ਕੇ ਲੰਗਰ ਕਿਵੇਂ ਛਕਾਂਗਾ, ਸਤਿਗੁਰੂ ਪਾਤਸ਼ਾਹ ਕਹਿੰਦੇ ਸੀ ਨਾ ਸਾਡੇ ਦਰਸ਼ਨਾਂ ਦੀ ਤੈਨੂੰ ਲੋੜ ਹੈ, ਤੇ ਨਾ ਤੇਰੇ ਵਰਗਿਆਂ ਦੇ ਦਰਸ਼ਨਾਂ ਦੀ ਸਾਨੂੰ ਲੋੜ ਹੈ। ਇਹ ਜਿਹੜੀ ਲੰਗਰ ਦੀ ਪ੍ਰਥਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਤੋਂ ਇੱਥੋਂ ਪ੍ਰਚਲਿਤ ਕੀਤੀ। ਫਿਰ ਜਿਹੜੀਆਂ ਸਤੀ ਪ੍ਰਥਾ ਸੀ, ਇਹਨੂੰ ਖਤਮ ਕਰਨਾ, ਇਹ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੋਂ ਇਹ ਜਿਹੜੀ ਸਤੀ ਪ੍ਰਥਾ ਉਹ ਖਤਮ ਕੀਤੀ ਹੈ। ਸਤਿਗੁਰਾਂ ਨੇ ਬੇਅੰਤ ਜਿਹੜੀ ਪਾਵਨ ਗੁਰਬਾਣੀ ਇਹਨਾਂ ਸਥਾਨਾਂ 'ਤੇ ਉਚਾਰਨ ਕੀਤੀ। ਜਦੋਂ ਬੌਲੀ ਸਾਹਿਬ ਦੀ ਚੱਠ ਕੀਤੀ ਸੀ, ਉਸ ਵੇਲੇ ਜਿਹੜਾ ਮਾਣਕ ਚੰਦ ਸੀ, ਇਹ ਹੇਠਾਂ ਜਾ ਕੇ ਕੜ ਤੋੜਨ ਵਾਸਤੇ ਬੌਲੀ ਦਾ ਗਿਆ ਸੀ। ਇੰਨੇ ਜ਼ੋਰ ਦੇ ਨਾਲ ਹੇਠੋਂ ਕੜ ਟੁੱਟ ਕੇ ਪਾਣੀ ਦਾ ਪ੍ਰੈਸ਼ਰ ਨਾਲ ਫੁਹਾਰਾ ਫੁੱਟਿਆ ਕਿ ਸਾਰੀ ਬੌਲੀ ਜਿਹੜੀ ਹੈ ਇਹ ਜਲ ਦੇ ਨਾਲ ਭਰ ਗਈ, ਤੇ ਮਾਣਕ ਚੰਦ ਦੇ ਪਾਣੀ ਦੇ ਵਿੱਚ ਹੀ ਡੁੱਬ ਗਿਆ। ਤੇ ਜਦੋਂ ਗੁਰਸਿੱਖਾਂ ਨੇ ਕਿਹਾ ਮਹਾਰਾਜ ਮਾਣਕ ਚੰਦ ਤੇ ਕੜ ਤੋੜਨ ਵਾਸਤੇ ਹੇਠਾਂ ਗਿਆ ਸੀ, ਪਾਣੀ ਦੇ ਅੰਦਰ ਹੀ ਰਹਿ ਚੁੱਕਿਆ, ਸਰੀਰ ਇਹਦਾ ਖਤਮ ਹੋ ਗਿਆ, ਮਿਰਤੂ ਹੋ ਗਿਆ, ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਸਿੱਖੋ ਜਿਹੜਾ ਮਾਣਕ ਜੀ ਦਾ ਨਾਮ ਹੈ, ਮਾਣਕ ਕਦੇ ਮਰਿਆ ਨਹੀਂ ਕਰਦਾ। ਇਹ ਸਤਿਗੁਰਾਂ ਨੇ ਉਸ ਵੇਲੇ ਫਿਰ ਇਸ ਮਾਣਕ ਨੂੰ ਜਿਹੜਾ ਕੜ ਤੋੜਨ ਵਾਸਤੇ ਹੇਠਾਂ ਗਿਆ ਸੀ, ਮਿਰਤੂ ਨੂੰ ਪ੍ਰਾਪਤ ਹੋ ਗਿਆ, ਚਰਨਾਂ ਦਾ ਅੰਗੂਠਾ ਸੁਹਾ ਕਰਕੇ ਉਹਨੂੰ ਜੀਵਨ ਦਾਨ ਦਿੱਤਾ। ਕਿਉਂਕਿ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਸਰੂਪ ਦੇ ਅੰਦਰ ਦਿੱਲੀ ਵਿੱਚ ਮਰਿਆ ਬਾਦਸ਼ਾਹ ਦਾ ਜਿਹੜਾ ਮੁਹਾਬਤ ਦਾ ਹਾਥੀ ਜਿੰਦਾ ਕੀਤਾ, ਅੱਜ ਜੋਤ ਤੇ ਗੁਰੂ ਨਾਨਕ ਸਾਹਿਬ ਜੀ ਵਾਲੀ ਹੀ ਵਰਤ ਰਹੀ ਹੈ। ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਇਹਨੂੰ ਜੀਵਨ ਦਾਨ ਦਿੱਤਾ। ਇਸ ਪਾਵਨ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਦੇ ਅੰਦਰ ਇੱਕ ਬਜ਼ੁਰਗ ਮਾਤਾ ਦਾ ਇਕਲੌਤਾ ਪੁੱਤਰ ਬੁਖਾਰ ਚੜ੍ਹਨ ਦੇ ਨਾਲ
ਇੰਨਾ ਤਾਪ ਸਰੀਰ ਤੇ ਚੜ੍ਹਿਆ ਕਿ ਰਾਤ ਨੂੰ ਬੱਚਾ ਪ੍ਰਾਣ ਤਿਆਗ ਗਿਆ। ਜਿਸ ਮਾਂ ਦਾ ਇਕਲੌਤਾ ਪੁੱਤਰ ਮਰ ਜਾਵੇ ਮਾਂ ਦੇ ਹੁੰਦਿਆਂ, ਮਾਂ ਨੂੰ ਪਤਾ ਕਿੰਨਾ ਦੁੱਖ ਲੱਗਦਾ। ਮਾਤਾ ਨੇ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ, ਬੈਣ ਪਾਉਂਦੀ ਉੱਚੀ ਉੱਚੀ। ਤਾਂ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਸਿਮਰਨ ਵਿੱਚ ਟਿਕੇ ਨੇ। ਚੁਬਾਰਾ ਸਾਹਿਬ ਦੇ ਅੰਦਰ ਸਤਿਗੁਰੂ ਜਦੋਂ ਚੌਂਕੜੇ ਵਿੱਚ ਬੈਠੇ ਨੇ ਤਾਂ ਮਾਤਾ ਦੇ ਕੀਰਨਿਆਂ ਦੀਆਂ ਜਿਹੜੀਆਂ ਅਬੈਣਾਂ ਦੀਆਂ ਆਵਾਜ਼ਾਂ ਨੇ ਕੰਨਾਂ ਵਿੱਚ ਆ ਕੇ ਪਈਆਂ। ਬੜਾ ਕੋਮਲ ਹਿਰਦਾ ਗੁਰੂ ਅਮਰਦਾਸ ਮਹਾਰਾਜ ਜੀ ਦਾ। ਮਾਤਾ ਦੀਆਂ ਰੋਣ ਦੀਆਂ ਚੀਕਾਂ ਸਹਾਰੀਆਂ ਨਹੀਂ ਗਈਆਂ। ਸਤਿਗੁਰਾਂ ਦਾ ਗੜਵਈ ਭਾਈ ਬੱਲੂ ਕੋਲ ਬੈਠਾ ਹੈ। ਸਤਿਗੁਰੂ ਪੁੱਛਦੇ ਨੇ, ਭਾਈ ਬੱਲੂ ਕੀ ਹੋਇਆ? ਇਹ ਕਿਹੜੀ ਮਾਤਾ ਰੋਂਦੀ ਤੇ ਮਾਤਾ ਨੂੰ ਕੀ ਦੁੱਖ ਹੈ? ਜਾ ਮਾਤਾ ਨੂੰ ਕਹਿ ਗੁਰੂ ਅਮਰਦਾਸ ਸਾਹਿਬ ਅੰਮ੍ਰਿਤ ਵੇਲੇ ਦਿਨ ਚੜ੍ਹਨ ਦੇ ਨਾਲ ਤੇਰਾ ਦੁੱਖ ਸੁਣ ਲੈਣਗੇ। ਨਿਤਨੇਮ ਦਾ ਸਮਾਂ ਹੈ, ਸਿਮਰਨ ਵਿੱਚ ਜੁੜੇ ਨੇ, ਰੋਣਾ ਬੰਦ ਕਰ ਦੇ। ਭਾਈ ਬੱਲੂ ਸਤਿਗੁਰਾਂ ਦਾ ਬਚਨ ਮੰਨ ਕੇ ਘਰ ਵਿੱਚ ਗਿਆ। ਮਾਤਾ ਨੂੰ ਹੌਸਲਾ ਦਿੱਤਾ, ਮਾਤਾ ਤੇਰੀ ਜਿਹੜੀ ਅਰਦਾਸ ਹੈ ਸਤਿਗੁਰੂ ਦਿਨ ਚੜ੍ਹੇ ਨਾਲ ਸੁਣ ਲੈਣਗੇ। ਹੁਣ ਸਿਮਰਨ ਦਾ ਵੇਲਾ, ਨਿਤਨੇਮ ਦਾ ਵੇਲਾ, ਇਸ ਵੇਲੇ ਰੋਣਾ ਯੋਗ ਨਹੀਂ ਹੈ। ਪਰੰਤੂ ਜਿਹੜਾ ਦੁੱਖ ਅੰਦਰ ਪੁੱਤਰ ਦੇ ਐਸੇ ਵਿਛੋੜੇ ਦਾ ਕਿੱਥੇ ਮਾਂ ਨੂੰ ਟਿਕਣ ਦਿੰਦਾ। ਤੇ ਮਾਤਾ ਨੇ ਫਿਰ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਬੈਣ ਪੈਂਦੇ ਨੇ ਉੱਚੀ ਉੱਚੀ। ਜਦੋਂ ਸਤਿਗੁਰੂ ਦੇ ਕੰਨਾਂ ਵਿੱਚ ਆਵਾਜ਼ ਪਈ, ਸਤਿਗੁਰਾਂ ਨੇ ਫਿਰ ਭਾਈ ਬੱਲੂ ਨੂੰ ਭੇਜਿਆ। ਮਾਤਾ ਨੂੰ ਹੌਸਲਾ ਦੇ, ਦਿਨ ਚੜ੍ਹਦੇ ਨਾਲ ਉਹਦਾ ਹੱਲ ਕਰ ਦਿਆਂਗੇ। ਜਦੋਂ ਮਾਤਾ ਨੂੰ ਜਾ ਕੇ ਭਾਈ ਬੱਲੂ ਨੇ ਕਿਹਾ, ਮਾਤਾ ਚੁੱਪ ਕਰ ਗਈ ਤੇ ਫਿਰ ਰੋਣ ਲੱਗ ਪਈ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਬੱਲੂ ਸਿਮਰਨ ਹੁਣ ਬਾਅਦ ਵਿੱਚ ਕਰਾਂਗੇ, ਜਾਂ ਮਾਤਾ ਨੂੰ ਬੁਲਾ ਕੇ ਲਿਆਓ ਤੇ ਮਾਤਾ ਨੂੰ ਪੁੱਛੋ ਕੀ ਦੁੱਖ ਹੈ। ਭਾਈ ਬੱਲੂ ਕਹਿੰਦਾ, ਸਤਿਗੁਰੂ ਪਾਤਸ਼ਾਹ ਮਾਤਾ ਦਾ ਇਕਲੌਤਾ ਪੁੱਤਰ ਮਰ ਗਿਆ, ਮਾਤਾ ਤੋਂ ਦੁੱਖ ਨਹੀਂ ਸਹਾਰਿਆ ਜਾਂਦਾ, ਇਸ ਵਾਸਤੇ ਮਾਂ ਰੋਂਦੀ ਹੈ। ਸਤਿਗੁਰੂ ਕਹਿੰਦੇ, ਮਾਤਾ ਨੂੰ ਵੀ ਲਿਆ ਤੇ ਮਰੇ ਹੋਏ ਪੁੱਤਰ ਨੂੰ ਵੀ ਲਿਆਓ। ਚੁੱਕ ਕਰਕੇ ਸਤਿਗੁਰਾਂ ਦੇ ਸਾਹਮਣੇ ਜਦੋਂ ਮਾਤਾ ਨੇ ਆ ਕੇ ਫਿਰ ਰੋਣਾ ਸ਼ੁਰੂ ਕੀਤਾ ਤਾਂ ਸਤਿਗੁਰੂ ਪਾਤਸ਼ਾਹ ਨੇ ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਲਾਇਆ, ਪਸ਼ੂ ਪ੍ਰੇਤ ਮੁਗਧ ਪਏ ਸਰੋਤੇ, ਹਰ ਨਾਮਾ ਮੁਖ ਗਾਇਆ। ਉਸ ਵੇਲੇ ਉਸ ਮਾਤਾ ਦੇ ਪੁੱਤਰ ਨੂੰ ਜੀਵਨ ਦਾਨ ਦਿੱਤਾ। ਤੇ ਜਦੋਂ ਪੁੱਤਰ ਜਿਉਂਦਾ ਹੋ ਕੇ ਬੈਠ ਗਿਆ, ਮਾਤਾ ਦੀ ਖੁਸ਼ੀ ਦੀ ਹੱਦ ਨਾ ਰਹੀ। ਜਿਹੜੀ ਮਾਂ ਕੀਰਨੇ ਪਾਉਂਦੀ ਸੀ, ਨੇਤਰਾਂ 'ਚੋਂ ਆਂਸੂ ਡਿੱਗਦੇ ਸੀ ਬਰਾਗ ਦੇ, ਤੇ ਹੁਣ ਖੁਸ਼ੀ ਵਿੱਚ ਉਹ ਆਂਸੂ ਡਿੱਗਦੇ ਨੇ। ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਭਾਈ ਬੱਲੂ ਨੂੰ ਕਿਹਾ, ਆਪਣੇ ਗੜਵਈ ਸਿੱਖ ਨੂੰ, ਭਾਈ ਬੱਲੂ ਗੁਰੂ ਨਾਨਕ ਸਾਹਿਬ ਦੇ ਦਰ ਦੇ ਅੰਦਰ, ਪਰਮਾਤਮਾ ਦੇ ਦਰ ਦੇ ਉੱਤੇ ਜਾ ਕਰਕੇ ਲੇਖਾ ਦੇਣਾ ਪੈਂਦਾ ਹੈ। ਜੇਕਰ ਕਿਸੇ ਦੇ ਸਵਾਸ ਵਾਪਸ ਦੇਣੇ ਹੋਣ, ਕਿਸੇ ਦੇ ਲੈਣੇ ਹੋਣ, ਤੇ ਇਸ ਲਈ ਹੁਣ ਗੁਰੂ ਨਾਨਕ ਦੇ ਚਰਨਾਂ ਵਿੱਚ ਆਪਾਂ ਅਰਦਾਸ ਕਰੀਏ ਕਿ ਜਿੰਨਾ ਚਿਰ ਸਾਡਾ ਸਰੀਰ ਰਹੇਗਾ ਗੋਇੰਦਵਾਲ ਦੀ ਧਰਤੀ ਤੇ, ਉਹਨਾਂ ਚਿਰ ਸਾਡੇ ਹੁੰਦਿਆਂ ਕਿਸੇ ਮਾਂ ਬਾਪ ਦਾ ਪੁੱਤਰ ਧੀ ਕੋਈ ਬੱਚਾ ਨਾ ਉਹਨਾਂ ਦੇ ਅੱਗੇ ਮਰਨਾ ਕਰੇ। ਉਸ ਵੇਲੇ ਭਾਈ ਬੱਲੂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹੈ। ਸਤਿਗੁਰਾਂ ਨੇ ਅਰਦਾਸਾ ਕੀਤਾ। ਇਹ ਜਿਹੜਾ ਪ੍ਰਣ ਸਤਿਗੁਰੂ ਪਾਤਸ਼ਾਹ ਨੇ ਕੀਤਾ, ਆਪਣੇ ਅੰਤਲੇ ਸਵਾਸਾਂ ਦੇ ਤੱਕ ਨਿਭਾਇਆ। ਜਿੰਨੀ ਦੇਰ ਗੁਰੂ ਅਮਰਦਾਸ ਮਹਾਰਾਜ ਜੀ ਸਰੀਰ ਕਰਕੇ ਵਰਤੇ ਇਸ ਪਾਵਨ ਨਗਰੀ ਦੇ ਅੰਦਰ, ਓਨੀ ਦੇਰ ਕਿਸੇ ਮਾਂ ਬਾਪ ਦਾ ਕੋਈ ਬੱਚਾ ਨਹੀਂ ਚੜ੍ਹਾਈ ਕੀਤਾ। ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਵਡਿਆਈ ਹੈ। ਇਹ ਸਤਿਗੁਰੂ ਪਾਤਸ਼ਾਹ ਦੀ ਦੇਣ ਹੈ। ਜਦੋਂ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਸਥਾਨਾਂ 'ਤੇ ਬਾਣੀ ਉਚਾਰਨ ਕੀਤੀ ਹੈ, ਆਨੰਦ ਸਾਹਿਬ ਬਾਣੀ ਉਚਾਰੀ ਸਤਿਗੁਰਾਂ ਨੇ, ਤੇ ਭਾਈ ਬੱਲੂ ਨੂੰ ਕਿਹਾ ਸੀ। ਸਤਿਗੁਰੂ ਕਹਿੰਦੇ, ਭਾਈ ਬੱਲੂ ਇਹ ਜਿਹੜੀ ਬਾਣੀ ਆਨੰਦ ਦੇਣ ਵਾਲੀ ਬਾਣੀ ਹੈ, ਕੋਠੇ ਤੇ ਚੜ੍ਹ ਕੇ ਢੋਲ ਵਜਾ ਕਰਕੇ ਬਾਣੀ ਗਾਓ। ਜਿਨ੍ਹਾਂ ਜਿਨ੍ਹਾਂ ਘਰਾਂ ਤੱਕ ਆਨੰਦ ਸਾਹਿਬ ਦੀ ਬਾਣੀ ਦੀ ਆਵਾਜ਼ ਜਾਵੇਗੀ, ਉਹਨਾਂ ਘਰਾਂ ਦੇ ਅੰਦਰ, ਸਰੀਰਾਂ ਹਿਰਦਿਆਂ ਦੇ ਅੰਦਰ ਸਦੀਵ ਕਾਲ ਵਾਸਤੇ ਆਨੰਦ ਬਣ ਜਾਵੇਗਾ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨਾਂ ਪਾਵਨ ਪਵਿੱਤਰ ਸਥਾਨਾਂ ਦੇ ਉੱਤੇ ਬੇਅੰਤ ਕੌਤਕ ਕੀਤੇ ਨੇ। ਕਦੇ ਮੱਲਾਂ ਦੇ ਅਖਾੜੇ ਇੱਥੇ ਸਤਿਗੁਰਾਂ ਨੇ ਕਰਵਾਏ ਤਾਂ ਕਿ ਸਾਡੇ ਨੌਜਵਾਨ ਬੱਚੇ ਬੁਰੀਆਂ ਕੁਰੀਤੀਆਂ ਦੇ ਵੱਲੋਂ ਬਚ ਕਰਕੇ ਆਪਣੇ ਸਰੀਰਾਂ ਨੂੰ ਸਾਂਭ ਲੈਣ। ਕਿਉਂਕਿ ਜੇ ਸਰੀਰ ਹੀ ਠੀਕ ਨਾ ਹੋਇਆ ਤੇ ਬੰਦਾ ਸੇਵਾ ਕੀ ਕਰੇਗਾ।
ਸਰੀਰ ਹੀ ਰੋਗੀ ਹੋ ਗਿਆ ਤੇ ਨਿਤਨੇਮ ਦੇ ਵਿੱਚ ਮਨ ਹੀ ਨਹੀਂ ਲੱਗੇਗਾ। ਸਰੀਰ ਰੋਗੀ ਹੋ ਗਿਆ ਤੇ ਸਿਮਰਨ ਵਿੱਚ ਨਹੀਂ ਕਦੇ ਜੁੜ ਸਕੇਗਾ। ਧਿਆਨ ਤੇ ਬੰਦੇ ਦਾ ਬਿਮਾਰੀ ਵਿੱਚ ਰਹਿੰਦਾ, ਰੋਗ ਵਿੱਚ ਰਹਿੰਦਾ ਹੈ। ਇਸ ਲਈ ਅਰੋਗਤਾ ਦੇਣ ਵਾਸਤੇ ਮੱਲਾਂ ਦੇ ਅਖਾੜੇ ਕਰਵਾਏ, ਕੁਸ਼ਤੀਆਂ ਕਰਵਾਈਆਂ, ਪਹਿਲਵਾਨਾਂ ਦੀਆਂ ਘੋਲ ਕਰਵਾਏ ਸਤਿਗੁਰੂ ਪਾਤਸ਼ਾਹ ਨੇ। ਕਿਹੜੇ ਪਰਉਪਕਾਰ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਹੀਂ ਕੀਤੇ। ਉਸ ਵੇਲੇ ਸਾਧ ਸੰਗਤ ਜੀ ਜਿਹੜੇ ਸਤਿਗੁਰੂ ਪਾਤਸ਼ਾਹ ਨੇ ਸਾਡੇ ਭਾਰਤ ਦੇ 22 ਪ੍ਰਾਂਤ ਰਾਜ ਬਣੇ ਹੋਏ ਸੀ। ਭਾਰਤ ਦੇ 22 ਸੂਬੇ ਸਨ। ਇਹਨਾਂ ਸਥਾਨਾਂ ਤੋਂ ਸਤਿਗੁਰਾਂ ਨੇ 22 ਜਿਹੜੇ ਪ੍ਰਚਾਰਕ ਸਤਿਗੁਰੂ ਪਾਤਸ਼ਾਹ ਨੇ ਵੱਖੋ ਵੱਖਰੇ ਸੂਬਿਆਂ ਵਾਸਤੇ ਭੇਜੇ। ਇਸ ਲਈ 22 ਜਿਹੜੇ ਸੀ ਉਹ ਭਾਈਆਂ ਨੂੰ ਇੱਥੋਂ ਸਤਿਗੁਰੂ ਪਾਤਸ਼ਾਹ ਨੇ ਪ੍ਰਚਾਰਕ ਬਣਾਏ। 72 ਪੀੜ੍ਹੇ ਬੀਬੀਆਂ ਨੂੰ ਦਿੱਤੇ। ਇਸ ਲਈ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਕਿ ਸਾਰੀ ਦੁਨੀਆ ਦੇ ਕੋਨੇ-ਕੋਨੇ ਅੰਦਰ ਸਤਿਗੁਰਾਂ ਨੇ ਇੱਥੋਂ ਪ੍ਰਚਾਰਕ ਭੇਜੇ ਨੇ। ਪ੍ਰਚਾਰਕ ਉਹ ਕਿਹੋ ਜਿਹੇ ਸਨ? ਸਾਡੇ ਵਰਗੇ ਅੱਜ ਵਰਗੇ ਨਹੀਂ ਸਨ ਕਿ ਜਿਨ੍ਹਾਂ ਦਾ ਕੋਈ ਨਿਤਨੇਮ ਹੀ ਨਾ ਹੋਵੇ, ਸਿਮਰਨ ਦੇ ਉੱਤੇ ਤਰਕਾਂ ਕਰਦੇ ਹੋਣ ਜੀ ਇਹ ਤੋਤਾ ਰਟਨ ਹੈ, ਸਿਮਰਨ ਕਰਕੇ ਕੀ ਹੋ ਜਾਵੇਗਾ। ਬਾਣੀ ਕੋਈ ਕੰਠ ਨਾ ਹੋਵੇ ਤੇ ਹੱਥਾਂ ਨਾਲ ਕੋਈ ਸੇਵਾ ਨਾ ਕਰਦੇ ਹੋਣ ਤੇ ਸੰਗਤ ਦੇ ਉੱਤੇ ਸਾਧ ਸੰਗਤ ਗੁਰੂ ਤੇ ਭਾਵਨਾ ਨਾ ਹੋਵੇ ਜਿਨ੍ਹਾਂ ਦੀ, ਇਹੋ ਜਿਹੇ ਪ੍ਰਚਾਰਕ ਨਹੀਂ ਬਣਾਏ ਸਨ। ਸਤਿਗੁਰੂ ਪਾਤਸ਼ਾਹ ਨੇ ਜਿਹੜੇ ਪ੍ਰਚਾਰਕ ਇੱਥੋਂ ਬਣਾਏ, ਆਪਣੇ ਥਾਪੜੇ ਦਿੱਤੇ ਸਤਿਗੁਰਾਂ ਨੇ। 9 ਨਿਧੀਆਂ 18 ਸਿੱਧੀਆਂ ਉਹਨਾਂ ਦੀਆਂ ਕਰਦੀਆਂ ਹੱਥਾਂ ਦੀਆਂ ਤਲੀਆਂ ਤੇ ਰੱਖ ਦਿੱਤੀਆਂ। ਉੱਥੇ ਵਰਤਣੀਆਂ ਨੇ ਜਿੱਥੇ ਕੋਈ ਗੁਰੂ ਨਾਨਕ ਸਾਹਿਬ ਦੀ ਸਿੱਖੀ ਤੋਂ ਪ੍ਰਤੀਕੂਲ ਚੱਲਦਾ ਹੋਵੇ, ਜਿਹੜਾ ਗੁਰੂ ਤੇ ਤਰਕ ਕਰਦਾ ਹੋਵੇ, ਵਰਤ ਲੈਣੀਆਂ ਉੱਥੇ ਜਾ ਕਰਕੇ ਸਦਾ ਤੁਹਾਡੇ ਗੁਰੂ ਨਾਨਕ ਸਾਹਿਬ ਅੰਗ ਸੰਗ ਸਹਾਈ ਹੋ ਕੇ ਵਰਤਣਗੇ। ਗੁਰੂ ਨਾਨਕ ਸਾਹਿਬ ਦਾ ਇਹ ਉਹ ਦਰ ਹੈ ਜਿੱਥੇ ਕੂਕਰਾਂ ਦੀਆਂ ਰਸਨਾਂ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ, ਤੇ ਇਸ ਲਈ ਉਹਨਾਂ ਦੇ ਜਵਾਨ ਚੋਂ ਬਚਨ ਬੁਲਾ ਕਰਕੇ ਔਰੰਗੇ ਨਾਲ ਗੱਲਾਂ ਕਰਵਾ ਸਕਦੇ ਨੇ। ਇੱਥੇ ਤਾਂ ਗੁਰੂ ਨਾਨਕ ਦੇ ਦਰ ਦੇ ਕੂਕਰਾਂ ਦੇ ਵਿੱਚ ਵੀ ਸ਼ਕਤੀਆਂ ਵਰਤਦੀਆਂ ਨੇ। ਜਿਨ੍ਹਾਂ ਨੇ ਭਾਵਨਾ ਨਾਲ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ, ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ, ਬਚਨ ਸੁਣੇ ਬੈਠ ਕਰਕੇ, ਕਿਵੇਂ ਨਾ ਰਿੱਧੀਆਂ ਤੇ ਸਿੱਧੀਆਂ ਉਹਨਾਂ ਦੇ ਚਰਨਾਂ ਦੀਆਂ ਦਾਸੀਆਂ ਬਣੀਆਂ ਹੋਣ। ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਸ ਨੇ ਬਣਾਇਆ? ਧੰਨ ਗੁਰੂ ਅਮਰਦਾਸ ਮਹਾਰਾਜ ਪਿਤਾ ਦੀ ਇਹ ਦੇਣ ਹੈ। ਅੱਜ ਆਪਾਂ ਸਮੁੱਚੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਇਹਨਾਂ ਸਥਾਨਾਂ ਤੇ ਜੁੜੇ ਹਾਂ। ਗੁਰੂ ਸਾਹਿਬ ਦੇ ਬਚਨਾਂ ਤੇ ਅਸੀਂ ਪਹਿਰਾ ਦਈਏ। ਇਹ ਤਾਂ ਨਹੀਂ ਹੋ ਸਕਦਾ ਵੀ ਅਸੀਂ ਸਾਰੇ ਜਿੰਨੇ ਬਚਨ ਸਤਿਗੁਰਾਂ ਨੇ ਕੀਤੇ ਨੇ ਸਾਰਿਆਂ ਦੇ ਉੱਤੇ ਪੂਰੇ ਉਤਰੀਏ। ਕੋਈ ਇੱਕੋ ਹੀ ਬਚਨ ਕਿਤੇ ਗੁਰੂ ਸਾਹਿਬ ਦਾ ਜ਼ਿੰਦਗੀ ਵਿੱਚ ਵਸ ਜਾਵੇ, ਉਹਦੇ ਨਾਲ ਹੀ ਸਾਡਾ ਜੀਵਨ ਜਿਹੜਾ ਹੈ ਸਾਧ ਸੰਗਤ ਜੀ ਮਨਮੁਖਤਾਈ ਤੋਂ ਉਲਟ ਕਰਕੇ ਗੁਰਮੁਖਤਾਈ ਵਾਲਾ ਬਣ ਸਕਦਾ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਮੁੱਚੀਆਂ ਸੰਗਤਾਂ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਸ਼ਰਧਾ ਵਿੱਚ ਭਿੱਜ ਕਰਕੇ ਮਨਾ ਰਹੀਆਂ। ਮਨਾਉਣਾ ਵੀ ਚਾਹੀਦਾ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਸਤਿਗੁਰਾਂ ਦੇ ਗੁਰਪੁਰਬਾਂ ਨੂੰ ਭਾਵਨਾ ਨਾਲ ਮਨਾਉਂਦੇ ਨੇ, ਭਾਈ ਸਾਹਿਬ ਗੁਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਣਾ ਕਰੀਏ। ਆਪ ਜਿਤਨੀਆਂ ਵੀ ਸੰਗਤਾਂ ਸਤਿਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਦੇ ਵਿੱਚ ਇਕੱਤਰ ਹੋਏ ਹੋ, ਹਾਜ਼ਰੀਆਂ ਭਰ ਰਹੇ ਹੋ, ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਨਿਤਨੇਮ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਸਾਡੇ ਘਰਾਂ ਦੇ ਅੰਦਰ ਗੁਰਸਿੱਖੀ, ਬੱਚਿਆਂ ਨੂੰ ਗੁਰਸਿੱਖੀ ਨਾਲ ਸਤਿਗੁਰੂ ਪਾਤਸ਼ਾਹ ਜੀ ਜੋੜ ਕਰਕੇ ਰੱਖਣ। ਇਹ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ। ਦਾਸ ਦਾ ਇਤਨਾ ਕੋ ਸਮਾਂ ਆਪ ਸੰਗਤਾਂ ਨੇ ਪ੍ਰਵਾਨ ਕਰਨਾ। ਸਮਾਂ ਚਾਹੇ ਪਹਿਲਾਂ ਸੀ ਦਾਸ ਦਾ ਜੋ ਪ੍ਰਬੰਧਕ ਵੀਰਾਂ ਨੇ ਇੱਥੇ ਰੱਖਿਆ ਸੀ, ਪਰੰਤੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੋਦਾ ਰਹਿਰਾਜ ਸਾਹਿਬ ਜੀ ਦੀ ਸੇਵਾ ਸੀ ਤੇ ਉਹ ਸੇਵਾ ਕਰਕੇ ਤੁਰਿਆ ਹਾਂ ਤੇ ਇਸ ਲਈ ਦਾਸ ਕੁਝ ਸਮਾਂ ਲੇਟ ਹੋ ਗਿਆ। ਦਾਸ ਖੇਮਾਂ ਦਾ ਜਾਚਕ ਆਪ ਸੰਗਤਾਂ ਨੇ ਕਿਰਪਾ ਕਰਨੀ। ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ। ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ।
ਪ੍ਰਬੰਧਕ ਵੀਰਾਂ ਦਾ ਧੰਨਵਾਦ। ਸਤਿਕਾਰਯੋਗ ਵੀਰ ਭਾਈ ਗੁਰਪ੍ਰੀਤ ਸਿੰਘ ਜੀ ਮੈਨੇਜਰ, ਜੋ ਇੱਥੋਂ ਦੇ ਸਤਿਗੁਰੂ ਪਾਤਸ਼ਾਹ ਨੇ ਬਹੁਤ ਇਹਨਾਂ ਤੇ ਬਖਸ਼ਿਸ਼ਾਂ ਕੀਤੀਆਂ ਨੇ। ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਉਹਨਾਂ ਦੇ ਪਰਿਵਾਰ ਵਿੱਚੋਂ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਹੋਰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ। ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬਹੁਤ ਹੀ ਧੰਨਵਾਦ ਸਨਮਾਨਯੋਗ ਸਿੰਘ ਸਾਹਿਬ ਭਾਈ ਗੁਰਮਿੰਦਰ ਸਿੰਘ ਜੀ, ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ, ਜਿਨ੍ਹਾਂ ਨੇ ਅੱਜ ਦੇ ਦੀਵਾਨ ਦੇ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜ ਕੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ